ਚੌਟਾਲੇ ਨੈਸ਼ਨਲ ਲੋਕ ਦਲ ਹੋ ਸਕਦੇ ਨੇ, ਗਾਂਧੀ ਕਾਂਗਰਸ ਹੋ ਸਕਦੇ ਨੇ, ਪਰ ਬਾਦਲ ਅਕਾਲੀ ਦਲ ਨਹੀਂ ਹੋ ਸਕਦਾ। ਸਰਕਲ ਪ੍ਰਧਾਨ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਧਾਨ ਚੁਣਨਗੇ, ਫਿਰ ਸਰਦਾਰ ਸਾਹਿਬ ਜ਼ਿਲ੍ਹਾ ਪ੍ਰਧਾਨ ਇਕੱਠੇ ਹੋ ਕੇ ਅਕਾਲੀ ਦਲ ਦਾ ਪ੍ਰਧਾਨ ਕਿਉਂ ਨਹੀਂ ਚੁਣ ਸਕਦੇ? ਉੱਥੇ ਹੀ ਕਿਉਂ ਸਟਾਪ ਲਾਤੀ ਤੁਸੀਂ? ਕਿ ਤੁਸੀਂ ਕਹਿੰਦੇ ਹੋ ਇੱਕ ਪਰਿਵਾਰ 'ਚ ਇੱਕ ਟਿਕਟ ਹੋਊਗੀ। ਹੁਣ ਪਰਿਵਾਰ ਦਾ ਵੀ ਸਾਨੂੰ ਸਾਫ਼ ਹੋਣਾ ਚਾਹੀਦਾ ਹੈ ਕਿ ਸੁਖਬੀਰ ਬਾਦਲ, ਉਹਨਾਂ ਦੀ ਧਰਮ ਪਤਨੀ ਔਰ ਬੱਚੇ ਇੱਕ ਪਰਿਵਾਰ ਨੇ ਕਿ ਮਜੀਠੀਆ, ਵੱਡੇ ਬਾਦਲ ਸਾਹਿਬ, ਸੁਖਬੀਰ ਬਾਦਲ, ਇਹ ਸਾਰੇ, ਮਨਪ੍ਰੀਤ ਬਾਦਲ, ਇਹ ਸਾਰੇ ਇੱਕ ਪਰਿਵਾਰ ਗਿਣੇ ਜਾਣਗੇ? ਇਹਨਾਂ ਦਾ ਕੱਲ੍ਹ ਨੂੰ ਕੀ ਪਤਾ ਹੈ ਸੁਰਖਾਬ ਜੀ ਕਿ ਬੋਲੇ ਸੋ ਨਿਹਾਲ ਕਹਿ ਕੇ ਕਦੋਂ ਕਹਿ ਦੇਣ ਜੀ ਬੜੀ ਲੋੜ ਹੈ ਪੰਥ ਨੂੰ, ਹੁਣ ਇਹੀ ਰਹਿਣਗੇ ਜੀ। ਕਾਬਲੀਅਤ ਹੈਗੀ ਆ ਜੇ ਜੀ ਨੁਮਾਇੰਦਗੀ ਦੀ ਲੋੜ ਹੈ ਸੁਖਬੀਰ ਸਿੰਘ ਬਾਦਲ 'ਚ ਖਾਸ ਤੌਰ 'ਤੇ। ਜਦੋਂ ਤੁਸੀਂ ਸਾਰੀ ਪਾਵਰ ਇਕੱਠੀ ਕਰਕੇ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਲੋਕ, ਮਤਲਬ ਲੋਕਾਂ ਨੂੰ ਕਿੰਨਾ ਕੁ ਸਿੰਪਲ ਗਿਣਦੇ ਹੋ ਤੁਸੀਂ, ਕਿੰਨਾ ਕੁ ਸਿੱਧਰਾ ਗਿਣਦੇ ਹੋ? ਹੁਣ ਤੁਸੀਂ ਕ੍ਰਿਸਚਨਾਂ ਨੂੰ ਕਹਿੰਦੇ ਹੋ ਕਿ ਜੀ ਬਹੁਤ ਲੋਕ ਕਨਵਰਟ ਹੋ ਰਹੇ ਨੇ, ਤੇ ਸ਼੍ਰੋਮਣੀ ਕਮੇਟੀ ਕੀ ਕਰਦੀ ਸੀ ਇੰਨੇ ਸਾਲ? ਤੁਸੀਂ ਰੈਲੀਆਂ ਤੇ ਲੰਗਰ ਲਾਉਂਦੇ ਸੀ, ਤੁਸੀਂ ਇਕੱਠਾਂ ਲਈ ਬੱਸਾਂ ਭੇਜਦੇ ਸੀ, ਤੇ ਕਿੱਥੇ ਗਈ ਸਿੱਖੀ ਦਾ ਪ੍ਰਚਾਰ ਪ੍ਰਸਾਰ? ਕੀ ਕੀਤਾ ਤੁਸੀਂ? ਜਦੋਂ ਤਾਂ ਇਹਨਾਂ ਕੋਲ ਰਾਜ ਭਾਗ ਸੀ ਉਦੋਂ ਤਾਂ ਇਹ ਜਾਂਦੇ ਰਹੇ ਦਿੱਲੀ ਕਿ ਤੁਸੀਂ ਸਾਡੇ ਹੋਟਲਾਂ ਦੀਆਂ ਪਰਮਿਸ਼ਨਾਂ ਕਰ ਦਿਓ, ਤੇ ਹੁਣ ਤੁਹਾਨੂੰ ਬੰਦੀ ਸਿੰਘ ਯਾਦ ਆ ਗਏ। ਬੰਦੀ ਸਿੰਘਾਂ ਦਾ ਮਸਲਾ ਤੱਕ 'ਚ ਕਿਉਂ ਨਹੀਂ ਉਠਾਇਆ? ਮੇਰੇ ਭਰਾ, ਮੇਰੇ ਤਾਏ ਦੇ ਬੇਟੇ ਨੇ, ਸੁਖਬੀਰ ਜੀ, ਜਿਨ੍ਹਾਂ ਪਿੱਛੇ ਸਾਨੂੰ ਛੱਡਿਆ, ਅੱਜ ਕਿੱਥੇ ਹੈ ਤੁਹਾਡੇ? ਜਿਨ੍ਹਾਂ ਨੂੰ ਪੰਜਾਬ ਅਲਕਲੀ ਦਾ ਚੇਅਰਮੈਨ ਲਾਇਆ ਸੀ, ਜਿਨ੍ਹਾਂ ਨੂੰ ਗਵਰਨੈਂਸ ਰਿਫਾਰਮ ਦਾ ਕੈਬਨਿਟ ਰੈਂਕ ਦਿੱਤਾ ਸੀ, ਅੱਜ ਤਾਂ ਤੁਹਾਡਾ ਸਾਲਾ ਵੀ ਇੱਕ ਵਾਰੀ ਨਹੀਂ ਕਹਿੰਦਾ ਵੀ ਸੁਖਬੀਰ ਬਾਦਲ ਨੂੰ ਪ੍ਰਧਾਨ ਰਹਿਣਾ ਚਾਹੀਦਾ। ਮੈਂ ਤਾਂ ਉਹਦਾ ਬਿਆਨ ਕਿਤੇ ਪੜ੍ਹਿਆ ਨਹੀਂ। ਬਗਾਵਤ ਸਿਰਫ ਕੱਲੀ ਮਨਪ੍ਰੀਤ ਆਲੀ ਦੀ ਨਹੀਂ ਹੈ, ਫਿਰ ਇਹਦਾ ਮਤਲਬ ਬਗਾਵਤ ਤਾਂ ਬਹੁਤ ਅੰਦਰ ਬਹੁਤ ਕੁਝ ਰਲਿਆ ਹੋਇਆ ਹੈ। ਇਹ ਤਾਂ ਗੱਲ ਕਰੋ ਕਿ ਅਜੇ ਪੱਤੇ ਹੌਲੀ ਹੌਲੀ ਖੁੱਲਣਗੇ। ਮੈਂ ਤਾਂ ਇਸ ਗੱਲੋਂ ਹੈਰਾਨ ਹਾਂ ਵੀ ਜਦੋਂ ਉਹਨਾਂ ਨੇ ਇਹ ਵੀ ਕਹਿਤਾ ਕਿ ਸਾਨੂੰ ਕੋਈ ਅਹੁਦਾਦਾਰੀ ਪ੍ਰਧਾਨਗੀ ਕੁਝ ਨਹੀਂ ਚਾਹੀਦਾ, ਸਾਨੂੰ ਤਾਂ ਪਾਰਟੀ ਦੇ ਹੱਕ ਵਾਲੀ ਸਾਡੀ ਸਲਾਹ ਤਾਂ ਸੁਣ ਲਓ, ਲੇਕਿਨ ਉਹ ਵੀ ਮਨਜ਼ੂਰ ਨਹੀਂ। ਉਹ ਕਹਿੰਦੇ ਨੇ, ਤੁਹਾਡੇ ਵਿਰੋਧੀ ਕਹਿੰਦੇ ਹੋਰ ਕੋਈ ਹੈ ਤਾਂ ਬੇਈਮਾਨ ਹੈ, ਆਪਦੇ ਵਾਰੀ ਸ਼ਬਦ ਰੱਖ ਲਿਆ ਕੱਟੜ ਇਮਾਨਦਾਰ। ਕਿਹੜੀ ਡਿਕਸ਼ਨਰੀ 'ਚ ਵਰਡ ਲਿਆਂਦਾ? ਮਨੀਸ਼ ਸਿਸੋਦੀਆ ਜੀ ਦੇ ਲੋਕਰ ਤੱਕ ਛਾਨ ਮਾਰੀ, ਕੋਈ ਚੀਜ਼ ਲੱਭੀ? ਤੇ ਇਹ ਹੁਣ ਦੇਖੋ, ਮੈਂ ਫਿਰ ਮਹਿਸੂਸ ਕਰਦਾ ਸਿਆਸੀ ਲੜਾਈ ਹੈ, ਸਿਆਸਤ ਦੇ ਤਰੀਕੇ ਨਾਲ ਲੜੋ। ਉੱਥੇ ਬੀਜੇਪੀ ਇਹਨਾਂ ਤੇ ਛਾਪਾ ਮਾਰਦੀ ਹੈ, ਇਹ ਇੱਥੇ ਕਾਂਗਰਸ ਤੇ ਇਹ ਵਿਰੋਧੀਆਂ ਤੇ ਛਾਪਾ ਮਾਰਦੇ ਹੈ। ਬੀਜੇਪੀ ਦੇ ਰਡਾਰ ਤੇ ਅਰਵਿੰਦ ਕੇਜਰੀਵਾਲ ਨੰਬਰ 1 ਤੇ ਹੈ, ਆਮ ਆਦਮੀ ਪਾਰਟੀ ਨੰਬਰ 1 ਤੇ ਹੈ, ਕੋਈ ਕਸਰ ਨਹੀਂ ਛੱਡ ਰਹੇ ਉਹ। ਅਜੇ ਤੱਕ ਕਾਂਗਰਸ ਤੇ ਉਹਨਾਂ ਉਹ ਗੁੱਸਾ ਨਹੀਂ ਕਰਦੇ ਜਿੰਨਾ ਆਮ ਆਦਮੀ ਤੇ ਕਰਦੇ। ਸਤਿੰਦਰ ਜੈਨ ਜੀ ਹਿਮਾਚਲ ਦੇ ਸਾਡੇ ਪ੍ਰਭਾਰੀ, ਉਹਨਾਂ ਨੂੰ ਚੱਕ ਕੇ ਅੰਦਰ ਕਰਤਾ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਟੀਵੀ ਤੇ ਮੈਂ ਹਾਂ ਸੁਰਖਾਬ। ਦੋਸਤੋ, ਇਸ ਸਮੇਂ ਪੰਜਾਬ ਦੇ ਵਿੱਚ ਚੋਣਾਂ ਦੌਰਾਨ ਜੋ ਬਦਲਾਅ ਆਇਆ, ਉਸ ਤੋਂ ਬਾਅਦ ਜੋ ਵਿਰੋਧੀ ਧਿਰ ਆ ਜਾਂ ਫਿਰ ਜਿਹੜੀਆਂ ਪਾਰਟੀਆਂ ਨੁੱਕਰੇ ਲੱਗੀਆਂ ਨੇ, ਉਹ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀਆਂ ਨੇ। ਖਾਸ ਤੌਰ 'ਤੇ ਅਸੀਂ ਸ਼੍ਰੋਮਣੀ ਅਕਾਲੀ ਦਲ ਦੀ ਗੱਲ ਕਰਦੇ ਹਾਂ। ਬੇਸ਼ੱਕ ਢਾਂਚੇ ਨਵੇਂ ਸਿਰੋਂ ਬਣਾਉਣ ਦੀ ਗੱਲ ਕਰਦੇ ਨੇ, ਬੇਸ਼ੱਕ ਬਦਲ ਲਿਆਉਣ ਦੀ ਗੱਲ ਕਰਦੇ ਨੇ, ਤੇ ਪਰ ਅਸਲੀ ਸਰੂਪ ਕੀ ਹੋਵੇਗਾ, ਅਸਲੀ ਜੋ ਐਤਕੀ ਨਤੀਜੇ ਕੀ ਨਿਕਲਣਗੇ, ਇਹ ਚੀਜ਼ਾਂ ਜਾਂ ਤਾਂ ਸਿਆਸੀ ਮਾਹਿਰ ਦੱਸ ਸਕਦੇ ਹੁੰਦੇ ਨੇ ਜਾਂ ਉਹ ਲੋਕ ਦੱਸ ਸਕਦੇ ਹੁੰਦੇ ਨੇ ਜੋ ਸਿਆਸਤ ਦੇ ਵਿੱਚ ਨੇ ਤੇ ਜਿਨ੍ਹਾਂ ਦਾ ਨਾਤਾ ਪਾਰਟੀ ਨਾਲ ਰਿਹਾ ਹੋਵੇ। ਮੇਰੇ ਨਾਲ ਇਸ ਵਕਤ ਸਟੂਡੀਓ ਦੇ ਵਿੱਚ ਹਰਸੁਖਿੰਦਰ ਸਿੰਘ ਬਾਬੀ ਬਾਦਲ ਨੇ, ਜਿਨ੍ਹਾਂ ਦਾ ਸ਼੍ਰੋਮਣੀ ਅਕਾਲੀ ਦਲ ਨਾਲ, ਪ੍ਰਕਾਸ਼ ਸਿੰਘ ਬਾਦਲ ਹੋਣ ਜਾਂ ਬਾਦਲ ਪਰਿਵਾਰ ਨਾਲ ਗੂੜਾ ਨਾਤਾ ਵੀ ਹੈ ਤੇ ਕਿਸੇ ਸਮੇਂ ਉਸ ਹਿੱਸਾ ਵੀ ਰਹੇ ਨੇ ਪਾਰਟੀ ਦਾ। ਬੇਸ਼ੱਕ ਐਤਕੀ ਆਮ ਆਦਮੀ ਪਾਰਟੀ ਦੇ ਵਿੱਚ ਨੇ। ਤਾਂ ਇਹਨਾਂ ਤੋਂ ਜਾਣਦੇ ਹਾਂ ਕਿ ਅਕਾਲੀ ਦਲ ਦੀ ਰਣਨੀਤੀ ਹੁਣ ਕਿੰਨੀ ਕੁ ਲੋਕਾਂ ਨੂੰ ਸੂਟ ਆਵੇਗੀ ਤੇ ਖਾਸ ਤੌਰ ਤੇ ਮੌਜੂਦਾ ਜੋ ਬਦਲਾਅ ਆ ਉਹਨੂੰ ਲੈ ਕੇ ਲੋਕਾਂ ਦੇ ਜੋ ਵਿਚਾਰ ਨੇ ਉਹਨੂੰ ਕਿਵੇਂ ਦੇਖਦੇ ਆ। ਬਹੁਤ ਬਹੁਤ ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਸੁਰਖਾਬ ਜੀ ਔਰ ਸਪੋਕਸਮੈਨ ਦਾ ਔਰ ਤੁਹਾਡਾ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਬੱਬੀ ਜੀ, ਗੱਲ ਤਾਂ ਸਿਆਸੀ ਜ਼ਮੀਨ ਤਲਾਸ਼ਣ ਦੀ ਆ। ਇੱਕ ਸਮਾਂ ਸੀ ਜਦੋਂ ਆਮ ਆਦਮੀ ਪਾਰਟੀ ਸਿਆਸੀ ਜ਼ਮੀਨ ਤਲਾਸ਼ ਰਹੀ ਸੀ ਪੰਜਾਬ 'ਚ, ਘਾਲ ਨਾ ਘਾਲ ਕੇ ਲੋਕਾਂ ਨੇ ਅੱਜ ਗੁੱਸਾ ਵੀ ਕੱਢਿਆ ਵਿਰੋਧੀਆਂ ਤੇ, ਲੋਕਾਂ ਨੇ ਬਦਲਾਅ ਵੀ ਲਿਆਂਦਾ ਤੇ ਲੋਕਾਂ ਨੇ ਸਬਕ ਵੀ ਸਿਖਾਇਆ 3 ਮਹੀਨਿਆਂ ਬਾਅਦ। ਪਰ ਜਦੋਂ ਅਸੀਂ ਗੱਲ ਸ਼੍ਰੋਮਣੀ ਅਕਾਲੀ ਦਲ ਦੀ ਕਰਦੇ ਹਾਂ, ਤੁਹਾਡਾ ਪੁਰਾਣਾ ਰਿਸ਼ਤਾ ਰਿਹਾ ਆ ਬਾਦਲ ਪਰਿਵਾਰ 'ਚੋਂ ਸੰਬੰਧਿਤ ਤੋਂ, ਤਾਂ ਕੀ ਲੱਗਦਾ ਹੈ ਐਤਕੀ ਮੌਜੂਦਾ ਸਮੇਂ 'ਚ ਅਕਾਲੀ ਦਲ ਸਟੈਂਡ ਕਿੱਥੇ ਕਰਦਾ ਹੈ?
ਸੁਰਖਾਬ ਜੀ, ਸਭ ਤੋਂ ਪਹਿਲਾਂ ਤਾਂ ਮੈਂ ਇਹ ਕਲੀਅਰ ਕਰ ਦਿਆਂ ਕਿ ਆਮ ਆਦਮੀ ਪਾਰਟੀ ਨੂੰ ਸੁਖਬੀਰ ਬਾਦਲ ਬਹੁਤ ਸੂਟ ਕਰਦਾ ਹੈ। ਠੀਕ ਹੈ। ਕਿਉਂ ਕਰਕੇ ਸਾਨੂੰ ਇਸ ਗੱਲ ਦਾ ਬੜਾ ਇਤਮਾਨਾਨ ਹੈ ਕਿ ਜਦ ਤੱਕ ਸੁਖਬੀਰ ਬਾਦਲ ਜੀ ਪ੍ਰਧਾਨ ਨੇ ਤੇ ਸਾਨੂੰ ਫਿਕਰ ਕਰਨ ਦੀ ਲੋੜ ਨਹੀਂ ਅਕਾਲੀ ਦਲ ਵਾਲੇ ਪਾਸਿਓਂ। ਅੱਛਾ। ਦੂਸਰੀ ਬੇਨਤੀ ਇਹ ਹੈ ਕਿ ਮੈਂ ਮਹਿਸੂਸ ਕਰਦਾ ਕਿ ਕਿਉਂ ਕਰਕੇ ਨਾ ਰੀਜਨਲ ਪਾਰਟੀ ਬੜੀ ਪੁਰਾਣੀ ਹੈ। ਦੇਖੋ, ਪੰਥ ਹਿਤੈਸ਼ੀ ਸਾਰੇ ਪੰਜਾਬ 'ਚ ਤੁਸੀਂ ਮੈਂ ਜੋ ਵੀ ਕੋਈ ਪੰਥ ਨਾਲ ਜੁੜੇ ਲੋਕ ਨੇ, ਉਹ ਕਿਸੇ ਟਾਈਮ ਸ਼੍ਰੋਮਣੀ ਅਕਾਲੀ ਦਲ ਨੂੰ ਬੜੇ ਇੱਕ ਸੈਂਟੀਮੈਂਟਲ ਤਰੀਕੇ ਨਾਲ ਦੇਖਦੇ ਸੀ ਕਿ ਇਹ ਸ਼ਾਇਦ ਸਿੱਖਾਂ ਦੀ ਪਾਰਟੀ ਹੈ। ਬਿਲਕੁਲ, ਭਾਵਨਾਵਾਂ ਜੁੜੀਆਂ ਸੀ। ਲੇਕਿਨ ਉਹੀ ਮੈਂ ਦੁਬਾਰਾ ਕਹਿੰਦਾ ਕਿ ਚੌਟਾਲੇ ਨੈਸ਼ਨਲ ਲੋਕ ਦਲ ਹੋ ਸਕਦੇ ਨੇ, ਗਾਂਧੀ ਕਾਂਗਰਸ ਹੋ ਸਕਦੇ ਨੇ, ਪਰ ਬਾਦਲ ਅਕਾਲੀ ਦਲ ਨਹੀਂ ਹੋ ਸਕਦਾ। ਕਾਰਨ ਇੱਕ ਹੈ ਕਿ ਇਸ ਪਾਰਟੀ ਲਈ ਬੜੀਆਂ ਕੁਰਬਾਨੀਆਂ ਹੋਈਆਂ ਵੱਖ-ਵੱਖ ਪਾਸਿਓਂ। ਮੈਂ ਖੁਦ ਬਾਦਲ ਪਰਿਵਾਰ ਦਾ ਮੈਂਬਰ ਹੋ ਕੇ ਇਹ ਗੱਲ ਕਹਿਣਾ ਤਾਂ ਤੁਹਾਨੂੰ ਥੋੜੀ ਹੈਰਾਨੀ ਹੋਊਗੀ। ਨਹੀਂ, ਮੈਂ ਉਹੀ ਗੱਲ ਕਿ ਤੁਸੀਂ ਕਹਿ ਰਹੇ ਵੀ ਇੱਕ ਪਰਿਵਾਰ ਅਕਾਲੀ ਦਲ ਨਹੀਂ ਹੋ ਸਕਦਾ, ਲੇਕਿਨ ਜੇਕਰ ਅਸੀਂ ਹੁਣ ਧੁਰੇ ਦੀ ਗੱਲ ਕਰੀਏ, ਹੁਣ ਦਾ ਧੁਰਾ ਤਾਂ ਉਸ ਪਰਿਵਾਰ ਦੇ ਇਰਦ ਗਿਰਦ ਹੀ ਘੁੰਮਦਾ ਜੀ। ਮੈਂ ਇਹ ਬੇਨਤੀ ਕਰਦਾ ਹਾਂ ਕਿ ਦੇਖੋ ਕਿੰਨੀ ਚਲਾਕੀ ਨਾਲ ਉਹਨਾਂ ਨੇ ਇਹ ਲਾਗੂ ਕੀਤਾ ਕਿ ਜਿਹੜਾ ਝੁੰਦਾ ਕਮੇਟੀ ਰਿਪੋਰਟ ਸੀ, ਮੈਂ ਇਕੱਲਾ ਸੁਖਬੀਰ ਬਾਦਲ ਨੂੰ ਵੀ ਨਹੀਂ ਕਹਿੰਦਾ, ਮੈਂ ਜਿਹੜੇ ਬਾਕੀ ਵੀ ਦੇਖੋ ਹੁਣ 10 ਸਾਲ ਦਾ ਉਹਨਾਂ ਨੇ ਅੱਜ ਤੋਂ ਸ਼ੁਰੂ ਕਰਤਾ ਕਿ 2 ਟਰਮਾਂ ਤੋਂ ਵੱਧ ਅਸੀਂ ਜੀ ਪ੍ਰਧਾਨ ਨਹੀਂ ਰਹਿਣਾ। ਉਸ ਤੋਂ ਬਾਅਦ ਤੁਸੀਂ ਦੇਖੋ ਕਿ ਕਹਿੰਦੇ ਨੇ ਕਿ ਬੂਥ ਲੈਵਲ ਤੋਂ ਅਸੀਂ ਸਰਕਲ ਪ੍ਰਧਾਨ ਚੁਣਾਂਗੇ, ਸਰਕਲ ਪ੍ਰਧਾਨ ਇਕੱਠੇ ਹੋ ਕੇ ਜ਼ਿਲ੍ਹਾ ਪ੍ਰਧਾਨ ਚੁਣਨਗੇ। ਫਿਰ ਸਰਦਾਰ ਸਾਹਿਬ, ਜ਼ਿਲ੍ਹਾ ਪ੍ਰਧਾਨ ਇਕੱਠੇ ਹੋ ਕੇ ਅਕਾਲੀ ਦਲ ਦਾ ਪ੍ਰਧਾਨ ਕਿਉਂ ਨਹੀਂ ਚੁਣ ਸਕਦੇ? ਉੱਥੇ ਹੀ ਕਿਉਂ ਸਟਾਪ ਲਾਤੀ ਤੁਸੀਂ? ਦੂਸਰੀ ਗੱਲ ਇਹ ਹੈ ਕਿ ਤੁਸੀਂ ਕਹਿੰਦੇ ਹੋ ਇੱਕ ਪਰਿਵਾਰ 'ਚ ਇੱਕ ਟਿਕਟ ਹੋਊਗੀ। ਹੁਣ ਪਰਿਵਾਰ ਦਾ ਵੀ ਸਾਨੂੰ ਸਾਫ਼ ਹੋਣਾ ਚਾਹੀਦਾ ਹੈ ਕਿ ਸੁਖਬੀਰ ਬਾਦਲ, ਉਹਨਾਂ ਦੀ ਧਰਮ ਪਤਨੀ ਔਰ ਬੱਚੇ ਇੱਕ ਪਰਿਵਾਰ ਨੇ ਕਿ ਮਜੀਠੀਆ, ਵੱਡੇ ਬਾਦਲ ਸਾਹਿਬ, ਸੁਖਬੀਰ ਬਾਦਲ, ਇਹ ਸਾਰੇ, ਮਨਪ੍ਰੀਤ ਬਾਦਲ, ਇਹ ਸਾਰੇ ਇੱਕ ਪਰਿਵਾਰ ਗਿਣੇ ਜਾਣਗੇ ਜਾਂ ਸਿਰਫ ਇੱਕ ਬਾਕੀ ਲੋਕਾਂ ਨੂੰ ਰੋਕਣ ਲਈ? ਅੱਜ ਤਾਂ ਪਾਰਟੀ ਨੂੰ ਖੜਾ ਕਰਨਾ ਹੈ ਤਾਂ ਇਹ ਲੋਕ ਲੁਭਾਵੇਂ ਵਾਅਦੇ ਕਰ ਸਕਦੇ ਨੇ। ਇਹਨਾਂ ਦਾ ਕੱਲ੍ਹ ਨੂੰ ਕੀ ਪਤਾ ਹੈ ਸੁਰਖਾਬ ਜੀ ਕਿ ਬੋਲੇ ਸੋ ਨਿਹਾਲ ਕਹਿ ਕੇ ਕਦੋਂ ਕਹਿ ਦੇਣ ਜੀ ਬੜੀ ਲੋੜ ਹੈ ਪੰਥ ਨੂੰ, ਹੁਣ ਇਹੀ ਰਹਿਣਗੇ ਜੀ। ਹੁਣ ਤਾਂ ਇਹੀ, ਹੁਣ ਕਹਿੰਦੇ ਨੇ ਕਿ ਕੋਈ ਵੀ ਇਲੈਕਸ਼ਨ ਨਹੀਂ ਲੜ ਸਕਦਾ ਜ਼ਿਲ੍ਹਾ ਪ੍ਰਧਾਨ, ਲੇਕਿਨ ਵਿੱਚੇ ਹੀ ਕਹਿਤਾ ਕਿ ਛੋਟ ਹੋਊਗੀ, ਉਹ ਅਸਤੀਫਾ ਦੇ ਕੇ ਇਲੈਕਸ਼ਨ ਲੜ ਸਕਦਾ ਹੈ। ਮੰਨ ਲਓ ਚੋਰ ਮੋਰੀਆਂ ਰੱਖੀਆਂ ਹੋਈਆਂ ਹੈ। ਮੈਂ ਕਹਿੰਦਾ ਕਿ ਦੇਖੋ ਅਕਾਲੀ ਦਲ ਦਾ ਤੁਸੀਂ ਦੁੱਧ ਬਹੁਤ ਦੇਰ ਚੋ ਲਿਆ ਤੁਸੀਂ। ਮੈਂ ਇਕੱਲਾ ਸੁਖਬੀਰ ਬਾਦਲ ਨੂੰ ਨਹੀਂ, ਮੈਂ ਢੀਂਡਸਾ ਸਾਹਿਬ ਨੂੰ ਵੀ ਕਹੂੰਗਾ ਕਿ ਆਪਣੇ ਬੇਟੇ ਨੂੰ ਮੁੱਖ ਮੰਤਰੀ ਬਣਾਉਣ ਵਾਲਾ ਸੁਪਨਾ ਜਿਹੜਾ ਉਹਨਾਂ ਨੇ ਪਾਲਿਆ ਹੋਇਆ ਹੈ, ਦੇਖੋ ਜੇ ਕੁਰਬਾਨੀ ਕਰਨੀ ਹੈ, ਤਿਆਗ ਕਰਨਾ ਹੈ, ਤਾਂ ਫਿਰ ਅਕਾਲੀ ਦਲ ਦੇ ਇਤਿਹਾਸ ਵਿੱਚ ਜਾ ਕੇ ਦੇਖੋ ਕਿ ਕਿਹੋ ਜਿਹੇ ਆਗੂ ਹੋਏ ਨੇ ਪਹਿਲਾਂ ਜਿਨ੍ਹਾਂ ਨੇ ਆਪਣਾ ਆਪਾ ਵਾਰਤਾ ਪਾਰਟੀ। ਬਾਬੇ ਜੀ, ਗੱਲ ਹਮੇਸ਼ਾ ਕੁਰਬਾਨੀ ਦੀ ਕੀਤੀ ਜਾਂਦੀ। ਜੇਕਰ ਅਸੀਂ ਇਸ ਨੂੰ ਪੰਥਕ ਪਾਰਟੀ ਕਿਹਾ ਜਾਵੇ ਤਾਂ ਪੰਥ ਲਈ ਬਹੁਤ ਕੁਰਬਾਨੀਆਂ ਕੀਤੀਆਂ, ਪਰ ਮੌਜੂਦਾ ਸਮੇਂ 'ਚ ਵੀ ਤੁਹਾਨੂੰ ਲੱਗਦਾ ਹੈ ਵੀ ਜਿਸ ਤਰੀਕੇ ਦੀ ਨੁਮਾਇੰਦਗੀ ਸਿੱਖਾਂ ਨੂੰ, ਕਿਉਂਕਿ ਤੁਸੀਂ, ਮੈਂ ਵਾਰ-ਵਾਰ ਤੁਹਾਨੂੰ ਇਸ ਵਕਤ, ਤੁਸੀਂ ਉਸ ਜਗ੍ਹਾ ਤੋਂ ਆਏ ਹੋ, ਉੱਥੋਂ ਆਏ ਹੋ, ਕਾਬਲੀਅਤ ਹੈਗੀ ਹੈ ਜੀ ਨੁਮਾਇੰਦਗੀ ਦੀ ਲੋੜ ਹੈ ਸੁਖਬੀਰ ਸਿੰਘ ਬਾਦਲ 'ਚ ਖਾਸ ਤੌਰ 'ਤੇ? ਦੇਖੋ, ਮੇਰਾ ਤਾਂ ਮਨ ਇਹ ਮਹਿਸੂਸ ਕਰਦਾ ਕਿ ਸਹੀ ਮਾਇਨਿਆਂ 'ਚ ਕਿਸੇ ਨੌਜਵਾਨ ਮੱਧ ਵਰਗੀ ਕਿਰਤੀ ਪਰਿਵਾਰ ਦੇ ਮੁੰਡੇ ਨੂੰ ਪ੍ਰਧਾਨ ਬਣਾ ਕੇ ਸੁਖਬੀਰ ਬਾਦਲ ਨੂੰ ਉਹਦਾ ਸਲਾਹਕਾਰ ਬਣਨਾ ਚਾਹੀਦਾ। ਠੀਕ ਹੈ। ਇਹਨਾਂ ਕੋਲੇ ਬਥੇਰਾ ਧਨ ਮਾਲ ਵੀ ਇਕੱਠਾ ਹੋਇਆ ਹੈ, ਇਹਨਾਂ ਨੂੰ ਪਾਰਟੀ ਵਾਸਤੇ ਲਾਉਣਾ ਚਾਹੀਦਾ ਹੈ। ਉਹਨਾਂ ਨੂੰ ਕਹਿਣ ਕਿ ਪ੍ਰਧਾਨ ਜੀ, ਜਿੱਥੇ ਅਸੀਂ ਗਾਈਡ ਕਰ ਸਕਦੇ ਹਾਂ ਅਸੀਂ ਤੁਹਾਨੂੰ ਕਰਦੇ ਹਾਂ, ਪਰ ਤੁਸੀਂ ਹੁਣ ਕਰੋ। ਜਦੋਂ ਤੁਸੀਂ ਸਾਰੀ ਪਾਵਰ ਇਕੱਠੀ ਕਰਕੇ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਤੇ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਲੋਕ, ਮਤਲਬ ਲੋਕਾਂ ਨੂੰ ਕਿੰਨਾ ਕੁ ਸਿੰਪਲ ਗਿਣਦੇ ਹੋ ਤੁਸੀਂ, ਕਿੰਨਾ ਕੁ ਸਿੱਧਰਾ ਗਿਣਦੇ ਹੋ ਕਿ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ ਕਿ ਜੀ ਅੱਜ ਬੜੀ ਲੋੜ ਹੈ, ਪੰਜਾਬ ਤਾਕਤਵਰ ਤਾਂ ਹੋਊਗਾ ਜੇ ਅਕਾਲੀ ਦਲ ਤਾਕਤਵਰ ਹੋ, ਪਰ ਇਹ ਨਹੀਂ ਕਹਿ ਰਹੇ ਕਿ ਅਕਾਲੀ ਦਲ ਤਾਕਤਵਰ ਹੋਊਗਾ ਤਾਂ ਸੁਖਬੀਰ ਬਾਦਲ ਤਾਕਤਵਰ ਹੋਊਗਾ। ਤੁਸੀਂ ਇੱਕ ਵਿਅਕਤੀ ਵਿਸ਼ੇਸ਼ ਨੂੰ ਤਾਕਤਵਰ ਬਣਾਉਣ ਵਾਸਤੇ ਸਾਰੀ ਤਾਂ ਸ਼੍ਰੋਮਣੀ ਕਮੇਟੀ ਦਾ ਤੁਸੀਂ ਉਧਰ ਲਾਤਾ। ਪਿਛਲੇ ਹੁਣ ਤੁਸੀਂ ਕ੍ਰਿਸਚਨਾਂ ਨੂੰ ਕਹਿੰਦੇ ਹੋ ਕਿ ਜੀ ਬਹੁਤ ਲੋਕ ਕਨਵਰਟ ਹੋ ਰਹੇ ਨੇ, ਤੇ ਸ਼੍ਰੋਮਣੀ ਕਮੇਟੀ ਕੀ ਕਰਦੀ ਸੀ ਇੰਨੇ ਸਾਲ? ਤੁਸੀਂ ਰੈਲੀਆਂ ਤੇ ਲੰਗਰ ਲਾਉਂਦੇ ਸੀ, ਤੁਸੀਂ ਇਕੱਠਾਂ ਲਈ ਬੱਸਾਂ ਭੇਜਦੇ ਸੀ, ਤੇ ਕਿੱਥੇ ਗਈ ਸਿੱਖੀ ਦਾ ਪ੍ਰਚਾਰ ਪ੍ਰਸਾਰ? ਕੀ ਕੀਤਾ ਤੁਸੀਂ? ਕਾਹਦੇ ਲਈ ਹੁਣ ਤੁਸੀਂ ਗਿਲਾ ਕਰਦੇ ਹੋ ਕਿ ਤੁਹਾਡੇ ਪੰਥ ਜਾ ਰਿਹਾ ਜੀ, ਪੰਥ ਛੱਡ ਕੇ ਲੋਕ ਜਾ ਰਹੇ ਨੇ?
ਪੰਥ ਵਾਸਤੇ ਕੀਤਾ ਹੀ ਕੀ ਹੈ ਤੁਸੀਂ? ਸ਼੍ਰੋਮਣੀ ਕਮੇਟੀ ਨੇ ਕੀ ਕੀਤਾ? ਕੱਲਾ ਧਰਮ ਪਰਿਵਰਤਨ ਨਹੀਂ, ਹੁਣ ਬੰਦੀ ਸਿੰਘਾਂ ਦਾ ਮੁੱਦਾ ਉੱਠ ਰਿਹਾ ਹੈ ਵਾਰ-ਵਾਰ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਨੇ ਲਾਉਣ ਜਾ ਰਹੀ ਹੈ। ਅਕਾਲੀ ਦਲ ਲਗਾਤਾਰ ਮੁੱਦਾ ਚੁੱਕਦਾ ਆ, ਆਪਣੇ ਪੋਸਟਰਾਂ ਤੇ ਤਸਵੀਰਾਂ ਲਾਉਂਦਾ ਆ, ਖਾਸ ਤੌਰ ਤੁਹਾਡੀ ਸਰਕਾਰ ਨੂੰ ਘੇਰਦਾ ਹੈ ਕਿ ਉਹ ਕਿਉਂ ਚੁੱਪ ਹੈ, ਉਹ ਕਿਉਂ ਨਹੀਂ ਬੰਦੀ ਸਿੰਘਾਂ ਦੀ ਗੱਲ ਕਰਦੀ? ਦੇਖੋ, ਜਿੱਥੋਂ ਤੱਕ ਸਾਡੀ ਸਰਕਾਰ ਦਾ ਸਵਾਲ ਹੈ ਤਾਂ ਭਗਵੰਤ ਮਾਨ ਨਿਹਾਇਤ ਇਮਾਨਦਾਰ ਇਨਸਾਨ ਹੈ, ਪੰਥ ਹਿਤੈਸ਼ੀ ਹੈ। ਮੈਂ ਤੁਹਾਨੂੰ ਇਹ ਦੱਸਦਾ, ਜਦੋਂ ਤਾਂ ਇਹਨਾਂ ਕੋਲ ਰਾਜ ਭਾਗ ਸੀ ਉਦੋਂ ਤਾਂ ਇਹ ਜਾਂਦੇ ਰਹੇ ਦਿੱਲੀ ਕਿ ਤੁਸੀਂ ਸਾਡੇ ਹੋਟਲਾਂ ਦੀਆਂ ਪਰਮਿਸ਼ਨਾਂ ਕਰ ਦਿਓ, ਤੁਸੀਂ ਸਾਡੇ ਚੈਨਲ ਨੂੰ ਉਹ ਕਰਵਾ ਦਿਓ, IB ਦੀ ਰਿਪੋਰਟ ਉਹਦੇ ਖਿਲਾਫ ਆ ਗਈ, ਉਹਨੂੰ ਕਲੀਅਰ ਕਰਵਾ ਦਿਓ, ਤੁਸੀਂ ਸਾਡੇ ਜਿਹੜੀ ਟਾਈਪ 6 ਹਾਊਸ ਹੈ ਉਹਨੂੰ ਟਾਈਪ 8 ਹਾਊਸ ਕਰ ਦਿਓ। ਤੇ ਹੁਣ ਤੁਹਾਨੂੰ ਬੰਦੀ ਸਿੰਘ ਯਾਦ ਆ ਗਏ। ਬੰਦੀ ਸਿੰਘਾਂ ਦਾ ਮਸਲਾ ਤੱਕ 'ਚ ਕਿਉਂ ਨਹੀਂ ਉਠਾਇਆ? ਵਾਜਪਾਈ ਜੀ ਕੇਂਦਰ ਦੇ ਵਿੱਚ ਪ੍ਰਧਾਨ ਮੰਤਰੀ ਸੀ, ਬੜੇ ਅੰਡਰਸਟੈਂਡਿੰਗ ਇਨਸਾਨ ਸੀ। ਉਸ ਟਾਈਮ ਤੁਸੀਂ ਬੰਦੀ ਸਿੰਘਾਂ ਦੀ ਗੱਲ ਕਿਉਂ ਨਹੀਂ ਕੀਤੀ? ਜਦੋਂ ਪੰਜਾਬ ਤੁਹਾਡੇ ਕੋਲੇ ਸੀ, ਉਸ ਟਾਈਮ ਵਾਜਪਾਈ ਸੈਂਟਰ ਸੀ। ਉਸ ਤੋਂ ਬਾਅਦ ਵੀ ਜਦੋਂ BJP ਨਾਲ ਤੁਹਾਡਾ ਇਕੱਠਾ ਤੁਸੀਂ ਇਲੈਕਸ਼ਨ ਲੜੇ ਹੋ, ਤੁਹਾਡੀਆਂ ਸਰਕਾਰਾਂ ਬਣੀਆਂ, ਕਦੇ ਕਿਸੇ ਮੀਟਿੰਗ 'ਚ ਤੁਸੀਂ ਇਹ ਗੱਲ ਕਹੀ ਕਿ ਸਾਡੇ ਬੰਦੀ ਸਿੰਘਾਂ ਨੂੰ ਰਿਹਾ ਕਰੋ? ਇਹਦਾ ਮਤਲਬ ਜੇ ਆ ਉਦੋਂ ਗੱਲ ਨਹੀਂ ਕਰਦੇ ਸੀ। ਗੱਲ ਕਿ ਉਦੋਂ ਤਾਂ ਮੇਰੇ ਉਦੋਂ ਮੁੱਦਾ ਯਾਦ ਸੀ? ਕੋਈ ਯਾਦ ਨਹੀਂ ਸੀ। ਉਦੋਂ ਤਾਂ ਇਹ ਯਾਦ ਸੀ ਕਿ ਸਾਡਾ ਫਿਕਸਡ ਵਿੰਗ ਜਹਾਜ਼ ਕਿੱਥੇ ਖੜਾ ਹੈ, ਸਾਡਾ ਹੈਲੀਕਾਪਟਰ ਪੰਜਾਬ ਦਾ ਕਿੱਥੇ ਖੜਾ ਹੈ, ਉਹਨੂੰ ਕਹੋ ਫਲਾਈ ਕਰੇ, ਇੱਧਰ ਆਵੇ ਉੱਧਰ ਜਾਵੇ। ਉਦੋਂ ਬੰਦੀ ਸਿੰਘਾਂ ਦੀ ਕਿਹਨੂੰ ਪਰਵਾਹ ਸੀ? ਹੁਣ ਕਿਉਂ ਆ? ਹੁਣ ਬਸ ਕਿਉਂ ਕਰਕੇ ਲੋਕਾਂ ਨੇ ਪਿੱਠ ਕਰ ਲਈ। ਲੋਕ ਜਿਹੜੇ ਪੰਥਕ ਲੋਕ ਹੈ ਉਹ ਇਸ ਗੱਲ 'ਤੇ ਉਹ ਉਸਾਰੂ ਸੋਚ ਉਹਨਾਂ ਦੀ ਬਣ ਗਈ ਕਿ ਇਹ ਉਹ ਅਕਾਲੀ ਦਲ ਨਹੀਂ ਗਾ ਜਿਹੜਾ ਅਕਾਲੀ ਦਲ ਹੁੰਦਾ ਸੀ। ਹੁਣ ਉਹ ਦੁਬਾਰਾ ਗੁੱਡਵਿਲ ਲੈਣ ਵਾਸਤੇ ਉਹ ਹੱਥ ਪੈਰ ਮਾਰ ਰਹੇ ਨੇ ਔਰ ਉਹ ਲਿਸਟ ਬਣਾ ਰਹੇ ਨੇ ਕਿ ਕਿਹੜੇ ਮੁੱਦੇ ਨੇ ਜਿਹੜੇ ਪੰਥਕ ਨੇ ਜਾਂ ਲੋਕਾਂ ਤੱਕ ਪਹੁੰਚਣ ਦੀ, ਜਿਹੜੇ ਭਾਵਕ ਕਰਦੇ ਨੇ, ਲੋਕਾਂ ਨੂੰ ਭਾਵਕ ਕਰਦੇ ਨੇ। ਉਹ ਹੁਣ ਮੁੱਦੇ ਤੁਸੀਂ ਮੈਂ ਬੇਨਤੀ ਕਰਦਾ ਕਿ ਕ੍ਰੈਡੀਬਿਲਟੀ ਜੇ ਹੋਵੇ ਬੰਦੇ ਦੇ ਵਿੱਚ ਫਿਰ ਹੀ ਕੋਈ ਮੁੱਦਾ ਟਰੈਕਸ਼ਨ ਉਹਨੂੰ ਮਿਲਦੀ ਹੈ। ਜੇ ਤੁਹਾਡੀ ਕ੍ਰੈਡੀਬਿਲਟੀ ਜ਼ੀਰੋ ਹੈ ਨਾ ਤਾਂ ਫਿਰ ਲੋਕ ਪਿੱਛੇ ਨਹੀਂ ਲੱਗਦੇ। ਤੁਸੀਂ ਕ੍ਰੈਡੀਬਿਲਟੀ ਜ਼ੀਰੋ ਕਿਵੇਂ ਕਹਿ ਸਕਦੇ ਹੋ? ਅਕਾਲੀ ਦਲ ਦੇ ਆਗੂ ਕਹਿੰਦੇ ਨੇ ਸਾਡੇ ਪ੍ਰਧਾਨ ਨੂੰ ਕੁਝ ਨਹੀਂ ਕਹਿਣਾ, ਸਾਡਾ ਪ੍ਰਧਾਨ ਤਾਂ ਬਦਲਿਆ ਨਹੀਂ ਜਾਵੇਗਾ, ਸਾਡੇ ਪ੍ਰਧਾਨ 'ਚ ਸਮਰੱਥਾ ਆ, ਪ੍ਰਧਾਨ ਸੁਖਬੀਰ ਸਿੰਘ ਬਾਦਲ ਰਹਿਣਗੇ। ਤੁਸੀਂ ਕ੍ਰੈਡੀਬਿਲਟੀ ਜ਼ੀਰੋ ਕਿਵੇਂ ਕਹਿ ਸਕਦੇ ਹੋ? ਮੈਂ ਤਾਂ ਦੇਖੋ ਜੀ, ਸਿਆਸੀ ਬੰਦੇ ਦੀ ਕ੍ਰੈਡੀਬਿਲਟੀ ਇਲੈਕਸ਼ਨਾਂ ਤੋਂ ਪਤਾ ਲੱਗਦੀ ਹੈ। ਮੈਂ ਤਾਂ ਇੱਥੋਂ ਕ੍ਰੈਡੀਬਿਲਟੀ ਦੇ ਗੱਲ ਕਰਦਾ ਕਿ ਸੰਗਰੂਰ ਬਾਈ ਇਲੈਕਸ਼ਨ 'ਚ BJP ਤੋਂ ਵੀ ਅਕਾਲੀ ਦਲ ਪਿੱਛੇ ਆਇਆ। ਠੀਕ ਹੈ। ਪੰਜਾਬ ਦੀ ਧਰਤੀ 'ਤੇ ਇਹ ਸ਼ਰਮ ਦੀ ਗੱਲ ਨਹੀਂ। ਤੁਸੀਂ ਕ੍ਰੈਡੀਬਿਲਟੀ ਦੀ ਮੈਂ ਗੱਲ ਕਰਦਾ, ਠੀਕ ਹੈ, ਮੈਂ ਚਿਹਰੇ ਪੜ੍ਹਦਾ ਜਿਹੜੇ ਸੱਜੇ ਖੱਬੇ ਬੈਠੇ ਹੈ ਸੁਖਬੀਰ ਬਾਦਲ ਜੀ ਦੇ ਪ੍ਰੈਸ ਕਾਨਫਰੰਸ ਦੇ ਵਿੱਚ, ਕਿਸੇ ਦੇ ਚਿਹਰੇ 'ਤੇ ਸਮਾਈਲ ਨਹੀਂ, ਸਾਰਿਆਂ ਦੇ ਚਿਹਰੇ ਆਏ ਜ਼ਮੀਨ ਵੱਲ ਜਾ ਰਹੇ ਨੇ ਕਿ ਜਿਵੇਂ ਕੋਈ ਬਹੁਤ ਵੱਡੇ ਘਾਟੇ ਕੀ ਪਤਾ ਨਹੀਂ ਹੁਣ ਦਾ ਲੱਗੂਗਾ ਕਿ ਨਹੀਂ। ਹੁਣ ਇਹ ਜਿਹੜੀ ਪਾਰਟੀ ਹੈ ਇਹ ਸੇਵਾ ਤੇ ਤਿਆਗ ਤੇ ਬਣੀ ਸੀ। ਜੇ ਇਹ ਤਿਆਗ ਤੇ ਸੇਵਾ ਦਾ ਦੇਖੋ, ਆਮ ਆਦਮੀ ਪਾਰਟੀ ਦਾ ਮੈਂ ਤੁਹਾਨੂੰ ਦੱਸਾਂ, ਸਿਹਤ ਔਰ ਐਜੂਕੇਸ਼ਨ ਦੇ ਬੇਸ ਤੇ 3 ਵਾਰ ਰਿਪੀਟ ਹੋਈ ਹੈ ਸਰਕਾਰ ਦਿੱਲੀ ਵਿੱਚ। ਅੱਜ ਭਗਵੰਤ ਮਾਨ ਜੀ ਨੇ, ਹੁਣ ਤੁਸੀਂ ਕਹਿੰਦੇ ਹੋ ਇਹ ਜੀ ਬੜੀ ਵੱਡਾ ਕੰਮ ਨਹੀਂ ਹੈਗਾ, ਬੜਾ ਛੋਟਾ ਕੰਮ ਹੈ। ਅੱਜ 2 ਟੋਲ ਪਲਾਜ਼ੇ ਉਹਨਾਂ ਨੇ ਬੰਦ ਕਰਾਏ। ਉਹ ਟੋਲ ਪਲਾਜ਼ੇ ਬੰਦ ਕੀਤੇ ਕਿਉਂ? ਕਰਕੇ ਉਹਨਾਂ ਦੇ ਮਨ ਦੇ ਅੰਦਰ ਇਮਾਨਦਾਰੀ ਨਿੱਗਰ ਸੋਚ ਹੈ। ਬਹੁਤ ਸਾਰੇ ਬਿਜ਼ਨਸ ਐਸੇ ਨੇ ਪੋਲਿਊਸ਼ਨ ਕੰਟਰੋਲ ਬੋਰਡ ਤੋਂ ਡਰਦੇ, ਜਾਂ ਤਾਂ ਉਹ ਉਹਨਾਂ ਦੀਆਂ ਸ਼ਰਤਾਂ ਮੰਨਦੇ ਨੇ, ਨਹੀਂ ਤਾਂ ਉਹ ਅਪਰੋਚ ਕਰਦੇ ਨੇ ਟੇਢੇ ਤਰੀਕੇ ਨਾਲ ਮੁੱਖ ਮੰਤਰੀ ਨੂੰ ਕਿ ਜੀ ਸਾਡਾ ਉਵੇਂ ਕੰਮ ਚੱਲ ਲੈਣ ਦਿਓ, ਤੁਸੀਂ ਦੱਸੋ ਤੁਹਾਡਾ ਕੀ ਕਰ ਸਕਦੇ ਹੋ। ਹੁਣ ਮੈਂ ਇਹ ਬੇਸ ਕਰਦਾ ਕਿ ਦੇਖੋ, ਜਦੋਂ ਨਿੱਗਰ ਇਮਾਨਦਾਰ ਆਗੂ ਹੋਵੇ ਇਹ ਮੈਸੇਜ ਥੱਲੇ ਤੱਕ ਚਲਿਆ ਜਾਂਦਾ ਹੈ। ਔਰ ਇਹ ਤਾਂ ਚਲੋ 2 ਟੋਲ ਪਲਾਜ਼ੇ ਬੰਦ ਹੋਏ ਹੈ। ਮੈਂ ਤੁਹਾਨੂੰ ਇਹ ਯਕੀਨ ਦਿਵਾਉਣਾ ਹੈ ਜਿੰਨੇ ਇੰਡਸਟਰੀਲਿਸਟ ਪੰਜਾਬ ਵਿੱਚ ਆਉਣਗੇ ਸਾਰੇ ਇਹ ਸੁਨੇਹਾ ਲੈ ਕੇ ਜਾਣਗੇ ਕਿ ਪੰਜਾਬ ਦੀ ਸਰਕਾਰ ਇਮਾਨਦਾਰ ਸਰਕਾਰ ਹੈ। ਉਹ ਕਹਿੰਦੇ ਨੇ, ਤੁਹਾਡੇ ਵਿਰੋਧੀ ਕਹਿੰਦੇ ਹੋਰ ਕੋਈ ਹੈ ਤਾਂ ਬੇਈਮਾਨ ਹੈ, ਆਪਦੇ ਵਾਰੀ ਸ਼ਬਦ ਰੱਖ ਲਿਆ ਕੱਟੜ ਇਮਾਨਦਾਰ। ਕਿਹੜੀ ਡਿਕਸ਼ਨਰੀ 'ਚ ਵਰਡ ਲਿਆਂਦਾ ਹੈ? ਇਹ ਵਰਡ ਉਹ ਹੈ ਜਿਹੜਾ ਆਮ ਲੋਕਾਂ ਨੂੰ ਜਲਦੀ ਸਮਝ ਆ ਜਾਂਦਾ ਹੈ। ਕੱਟੜ ਇਮਾਨਦਾਰ ਜਦੋਂ ਕੇਜਰੀਵਾਲ ਸਾਹਿਬ ਕਹਿੰਦੇ ਨੇ ਤਾਂ ਉਹ ਚੈਲੰਜ ਕਰਦੇ ਨੇ ਕਿ ਦੱਸੋ ਕਿੱਥੇ ਖਾਧੇ ਅਸੀਂ। ਜੇ ਭਗਵੰਤ ਮਾਨ ਇਹ ਗੱਲ ਕਹਿੰਦਾ ਹੈ ਕਿ ਮੇਰੇ ਲਈ
ਇਹ ਰੁਪਈਆ ਨਹੀਂ ਸਲਫਾਸ ਦੀ ਗੋਲੀ ਹੈ, ਤਾਂ ਕੋਈ ਵੀ ਬੰਦਾ ਖੜਾ ਹੋ ਕੇ ਆਖੇ ਕਿ ਨਹੀਂ ਮੈਂ ਦੇ ਕੇ ਆਇਆ, ਦੱਸੋ ਕਿਹਨੇ ਦਿੱਤੇ ਆ। ਮੈਂ ਇਹ ਗੱਲ ਕਹਿੰਦਾ, ਕੱਟੜ ਇਮਾਨਦਾਰ ਕੋਈ ਹਵਾ 'ਚ ਕੋਈ ਕਹਿ ਕੇ ਦਿਖਾਵੇ, ਕੋਈ ਹੋਰ ਕਹਿ ਕੇ ਵਿਖਾਵੇ, ਫਿਰ ਮੈਂ ਦੱਸੂਗਾ ਤੁਹਾਨੂੰ। 500 ਕਰੋੜ ਦਾ ਘਪਲਾ ਐਕਸਾਈਜ਼ ਪਾਲਿਸੀ ਤੇ ਦੱਸਿਆ ਜਾ ਰਿਹਾ ਹੈ। ਕਾਂਗਰਸ ਵੀ ਕਹਿੰਦੀ ਹੈ, ਅਕਾਲੀ ਦਲ ਸੁਖਬੀਰ ਸਿੰਘ ਬਾਦਲ ਰਾਜਪਾਲ ਨੂੰ ਮਿਲ ਕੇ ਆਏ ਨੇ, ਉਹ ਕਹਿੰਦੇ ਵੀ 500 ਕਰੋੜ ਦਾ ਘਪਲਾ ਹੋਇਆ, ਸਾਡੇ ਮੁਤਾਬਕ ਚੱਲਦੇ ਤਾਂ ਇੰਨਾ ਮਤਲਬ ਪੈਸੇ ਤੋਂ ਵੱਧ ਆਉਣੇ ਸੀ। ਤੁਹਾਡੇ ਮੁਤਾਬਕ ਬਥੇਰਾ ਚੱਲ ਕੇ ਦੇਖ ਲਿਆ, ਤੁਸੀਂ 20 ਸਾਲ ਤੋਂ 15 ਸਾਲ ਰਾਜ ਕੀਤਾ, ਤੁਹਾਡੇ ਮੁਤਾਬਕ ਹੀ ਚੱਲੇ। ਕੌਣ ਅਮੀਰ ਹੋਇਆ? ਪੰਜਾਬ ਅਮੀਰ ਹੋਇਆ। ਐਕਸਾਈਜ਼ ਦੇ ਕਿੰਨੇ ਕੁ ਪੈਸੇ ਵਧਾਤੇ ਤੁਸੀਂ। ਮੈਂ ਇਹ ਗੱਲ ਕਹਿਣਾ, ਘਪਲਾ ਮੈਨੂੰ ਸਮਝਾ ਤਾਂ ਦਿਓ, ਆਮ ਆਦਮੀ ਨੇ ਘਪਲਾ ਕੀ ਕੀਤਾ? ਕਹਿੰਦੇ ਆਪਦੇ 2-3 ਬੰਦਿਆਂ ਨੂੰ ਫਾਇਦਾ ਦਿੱਤਾ, ਬਾਕੀ ਤਾਂ ਹੋਲਸੇਲਰ ਨੇ ਹੋਰ ਉਹ ਤਾਂ ਪਾਸੇ ਹੀ ਕਰਤੇ। ਦੇਖੋ ਐਸੀ ਕੋਈ ਗੱਲ ਨਹੀਂ ਹੈ। ਦੇਖ, ਇਹ ਅੱਜ ਕੱਲ੍ਹ ਦਾ ਜਿਹੜਾ ਟਾਈਮ ਹੈ ਨਾ, ਸੋਸ਼ਲ ਮੀਡੀਆ ਦਾ ਟਾਈਮ ਹੈ। ਬੜੀ ਜਲਦੀ ਇੱਕ ਤਿਨਕਾ ਵੀ ਜਦੋਂ ਹੁੰਦਾ ਹੈ ਨਾ, ਮਨੀਸ਼ ਸਿਸੋਦੀਆ ਜੀ ਦੇ ਲੋਕਰ ਤੱਕ ਛਾਨ ਮਾਰੇ, ਕੋਈ ਚੀਜ਼ ਲੱਭੀ। ਦੇਖ, ਇਹ ਹੁਣ ਦੇਖੋ, ਮੈਂ ਫਿਰ ਮਹਿਸੂਸ ਕਰਦਾ, ਸਿਆਸੀ ਲੜਾਈ ਹੈ, ਸਿਆਸਤ ਦੇ ਤਰੀਕੇ ਨਾਲ ਲੜੋ। ਤੁਸੀਂ ਪਾਲਿਸੀਆਂ ਹੀ ਇੰਨੀਆਂ ਵਧੀਆ ਲੈ ਆਓ, ਤੁਸੀਂ ਜਿੱਥੇ ਨਹੀਂ ਕੋਈ ਘਪਲਾ ਉੱਥੇ ਤੁਸੀਂ ਲੱਖ ਕੋਸ਼ਿਸ਼ ਕਰ ਲਓ, ਘਪਲਾ ਨਹੀਂ ਬਣੇਗਾ ਜਦ ਤੱਕ ਕੋਈ ਤੁਸੀਂ ਪੁਖਤਾ ਸਬੂਤ ਨਹੀਂ ਲਿਆਉਂਦੇ। ਜਿਹੜਾ ਤੁਸੀਂ ਪ੍ਰੋਪੇਗੰਡਾ ਕਰਦੇ ਰਹਿੰਦੇ ਹੋ 24 ਘੰਟੇ, ਇੱਕ ਨੈਰੇਟਿਵ ਬਣਾਤਾ। ਉਹ ਨੈਰੇਟਿਵ ਕੀ ਹੈ ਜੀ? ਇਹ ਸਰਕਾਰ ਦਿੱਲੀ ਤੋਂ ਚੱਲ ਰਹੀ ਹੈ ਜੀ, ਇਹਨਾਂ ਦਾ ਇਹ ਗੱਲ ਹੈ। ਸੁਰਖਾਬ ਜੀ, ਭਗਵੰਤ ਮਾਨ ਮੁੱਖ ਮੰਤਰੀ ਨੇ, ਕੌਂਸਟੀਟਿਊਸ਼ਨ ਮੁੱਖ ਮੰਤਰੀ ਦੇ ਦਖਤ ਤੋਂ ਬਿਨਾਂ ਇਹ ਕੁਝ ਨਹੀਂ ਹੋ ਸਕਦਾ। ਰਾਘਵ ਜੀ ਨੂੰ ਪਰਸੋਂ ਤੱਕ ਲੈਟਰ ਵਾਇਰਲ ਹੋ ਲਿਆ ਤੇ ਅਰਵਿੰਦ ਕੇਜਰੀਵਾਲ ਦੇ ਸਾਈਨ ਸੀ, ਫਿਰ ਉਹਨਾਂ ਦਾ ਚੇਅਰਮੈਨੀਆਂ ਲਾਈਆਂ ਨੇ। ਨਹੀਂ, ਉਹ ਫਿਰ ਦੇਖੋ ਉਹਨਾਂ ਤੇ FIR ਦਰਜ ਹੋਈ ਹੈ। ਉਹ ਜੇ ਇਹੋ ਜਿਹੀ ਗੱਲ ਹੁੰਦੀ ਤਾਂ ਪੁਲਿਸ FIR ਨਹੀਂ ਸੀ ਦਰਜ ਕਰਦੀ। ਮੈਂ ਕਹਿੰਦਾ, ਦੇਖੋ ਸੋਸ਼ਲ ਮੀਡੀਆ ਦੇ ਯੁੱਗ ਦੇ ਅੰਦਰ ਨਾ ਬੜੀ ਛੇਤੀ ਕਰੋੜਾਂ ਲੋਕਾਂ ਨੂੰ ਪ੍ਰਭਾਵਿਤ ਹੋ ਜਾਂਦਾ ਹੈ, ਔਰ ਇਸੇ ਕਰਕੇ ਇਹ ਇੱਕ ਹਥਿਆਰ ਦੀ ਤਰ੍ਹਾਂ ਹੈ। ਸੋਸ਼ਲ ਮੀਡੀਆ ਹੁਣ ਤੁਹਾਡੇ ਸਪੋਕਸਮੈਨ ਦੇ ਲੱਖਾਂ ਫਾਲੋਅਰ ਨੇ, ਤੁਹਾਡੀ ਇੱਕ ਲਿਖੀ ਲਾਈਨ ਕਿ ਪਤਾਲ ਤੱਕ ਜਾਂਦੀ ਹੈ। ਮੈਂ ਇਸ ਕਰਕੇ ਮਹਿਸੂਸ ਕਰਦਾ ਕਿ ਤੁਸੀਂ ਜਿਹੜਾ ਨੈਰੇਟਿਵ ਨੂੰ ਸਪੋਰਟ ਕਰਨ ਲਈ ਛੋਟੇ ਗੱਲਾਂ ਕਰਦੇ ਹੋ। ਹੁਣ ਦੇਖੋ, ਉਹਨਾਂ ਦਾ ਰਾਘਵ ਚੱਡਾ ਜੀ ਦੇ ਹੱਥ 'ਚ ਜਿਹੜਾ ਕਾਰਡ ਸੀ ਗਾਂਧੀ ਜੀ ਦੇ ਬੁੱਤ ਦੇ ਅੱਗੇ, ਉਹਨਾਂ ਨੇ ਕਾਰਡ ਚੇਂਜ ਕਰਤਾ ਉਹਨੂੰ ਫੋਟੋਸ਼ਾਪ ਨਾਲ। ਇਹ ਗੱਲਾਂ ਨਾਲ ਉਹਨਾਂ ਨੇ ਲੈਕਮੀ ਫੈਸ਼ਨ ਵੀਕ 'ਚ ਪਾਰਟੀਸਪੇਟ ਕੀਤਾ, ਤੁਸੀਂ ਆਪਣੇ ਉਹਦੇ ਫੋਟੋਸ਼ਾਪ ਦੇ ਅੰਦਰ ਉਹਨਾਂ ਦੇ ਮੂੰਹ 'ਤੇ ਸੁਰਖੀ ਬਿੰਦੀ ਲਾ ਦਿੱਤੀ। ਇਹ ਜਿਹੜੀਆਂ ਲੂੰਬੜ ਚਾਲਾਂ ਹੈ, ਇਹ ਲੋਕ ਅੱਛੀ ਤਰ੍ਹਾਂ ਸਮਝਦੇ ਨੇ। ਤੁਹਾਨੂੰ ਲੱਗਦਾ ਨਹੀਂ ਵੀ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਨੇ, ਲੋਕ ਸਵਾਦ ਲੈਂਦੇ ਨੇ? ਦੇਖੋ, ਇਹ ਪੰਜਾਬੀਆਂ ਦਾ ਕਲਚਰ ਔਰ ਪੰਜਾਬੀਆਂ ਦੇ ਇਹ ਹੈ ਕਿ ਅਸੀਂ ਨਿੱਕੀ ਚੀਜ਼ ਨੂੰ ਸੈਂਸੇਸ਼ਨਲਾਈਜ਼ ਕਰਦੇ ਹਾਂ, ਲੇਕਿਨ ਸਭ ਤੋਂ ਵੱਧ ਅਖਬਾਰ ਮੀਡੀਆ ਜੇ ਕੋਈ ਅਵੇਅਰ ਹੈ ਦੇਸ਼ ਦੇ ਅੰਦਰ ਤਾਂ ਉਹ ਪੰਜਾਬ ਦਾ ਬੰਦਾ ਹੈ। ਪੰਜਾਬ ਦੇ ਲੋਕ ਆਪਣੇ ਹੱਕਾਂ ਲਈ ਬੜੇ ਅਵੇਅਰ ਹੈ। ਜੇ ਇੱਕ ਦਿਨ ਵੀ ਮੈਂ ਤੁਹਾਨੂੰ ਅੱਜ ਮੈਂ ਇਹ ਗੱਲ ਕਹਿ ਰਿਹਾ, ਇਹ ਜਿਹੜੀ ਦਿੱਲੀ ਵਾਲੀ ਗੱਲ ਤੁਸੀਂ ਕਰਦੇ ਹੋ ਨਾ, ਇਹੋ ਜਿਹੀ ਜੇ ਗੱਲ ਕਿਸੇ ਦਿਨ ਵੀ ਆ ਗਈ ਤੇ ਪੰਜਾਬ ਦੇ ਲੋਕ ਬੜੇ ਗੈਰਤਮੰਦ ਲੋਕ ਨੇ, ਕੋਈ ਇਹ ਕਰਦਾ ਨਹੀਂ ਗਾ। ਸਮਝੌਤਿਆਂ ਨੂੰ ਪ੍ਰਵਾਨ ਨਹੀਂ ਕਹਿੰਦੇ, ਸਮਝੌਤੇ MOU ਸਾਈਨ ਕੀਤੇ ਗਏ ਆਦਾਨ ਪ੍ਰਦਾਨ ਕਰਨ ਦੇ। ਕਿਹੜੇ ਆਦਾਨ ਪ੍ਰਦਾਨ? ਬਿਨਾਂ ਸਮਝੌਤਿਆਂ ਤੋਂ ਵੀ ਹੋ ਸਕਦਾ। ਨਹੀਂ, ਮੈਂ ਤਾਂ ਇਹ ਨੌਲੇਜ ਸ਼ੇਅਰਿੰਗ ਦਾ, ਮੈਂ ਕੱਲ ਜਿਹੜੀ ਆਪਣੇ ਐਂਬੈਸਡਰ ਹੈ ਅਮਰੀਕਾ ਦੇ ਵਿੱਚ, ਮੈਂ ਉਹਨਾਂ ਦੀ ਇੰਟਰਵਿਊ ਸੁਣ ਰਿਹਾ ਸੀ। ਦਰਬਾਰ ਸਾਹਿਬ ਤਰਨਜੀਤ ਸਿੰਘ ਸੰਧੂ ਆਏ ਸੀ, ਉਹਨਾਂ ਨੇ ਬਕਾਇਦਾ ਇਹ ਗੱਲ ਕੀਤੀ ਕਿ ਪੰਜਾਬ ਕਿੱਥੇ ਫਾਇਦਾ ਲੈ ਸਕਦਾ ਹੈ, ਯੂਨੀਵਰਸਿਟੀ ਵਿੱਚ ਐਜੂਕੇਸ਼ਨ ਦੇ ਵਿੱਚ ਨੌਲੇਜ ਸ਼ੇਅਰਿੰਗ ਔਰ ਸਿਲੇਬਸ ਨਾਲ, ਅਮਰੀਕਨ ਯੂਨੀਵਰਸਿਟੀਜ਼ ਨਾਲ ਨੌਲੇਜ ਸ਼ੇਅਰਿੰਗ ਦਾ ਕੋਈ ਗਲਤ ਉਹ ਨਹੀਂ ਹੈ। ਇਹ ਕੋਈ ਬਾਈਂਡਿੰਗ ਥੋੜ੍ਹਾ ਹੈ, ਕੋਈ ਪੰਜਾਬ ਦਾ ਇਹ ਥੋੜ੍ਹਾ ਕਿਤੇ ਲਿਖਿਆ ਕਿ ਕੋਈ ਦਿੱਲੀ ਦਾ ਕੋਈ ਬੰਦਾ ਲਿਖ ਦੂਗਾ ਔਰ ਪੰਜਾਬ ਨੂੰ ਉਹ ਫੋਲੋ ਕਰਨਾ ਪਊਗਾ, ਇਹੋ ਜਿਹੀ ਕੋਈ ਗੱਲ ਨਹੀਂ। ਹਾਂ, ਦਿੱਲੀ ਦਾ ਜੇ ਕੋਈ ਤਜਰਬਾ ਹੈ, ਉਹ ਆਪਣਾ ਤਜਰਬਾ ਸਾਨੂੰ ਦੱਸ ਸਕਦੇ ਨੇ। ਮੈਨੂੰ ਅੱਜ ਵੀ ਯਾਦ ਹੈ ਕਿ ਜਦੋਂ ਇੱਕ ਪੈਨਲ ਗਿਆ ਸੀ ਗੁਜਰਾਤ ਔਰ ਅਲੱਗ-ਅਲੱਗ ਸਟੇਟਾਂ 'ਚ ਕਿ ਪੂਰ ਸਕੀਮਾਂ ਜਿਹੜੀਆਂ ਹੈਗੀਆਂ, ਉਹ ਕਿਹੜੀਆਂ ਸਕੀਮਾਂ ਜਿਹੜੀਆਂ ਤੇਲੰਗਾਨਾ ਲਾਗੂ ਕਰ ਰਿਹਾ ਹੈ, ਜਿਹੜੀਆਂ ਕਿ ਹੋਰ, ਉੱਥੇ ਹੀ ਮੈਂ ਸਮਝਦਾ ਕਿ ਲੋਕਾਂ ਦੇ ਫਾਇਦੇ ਦੀ ਜਿਹੜੀ ਗੱਲ ਹੈ,
ਸੁਰਖਾਬ ਜੀ, ਉਹਦੇ ਲਈ ਆਪਾਂ ਨੂੰ ਨੌਲੇਜ ਇਕੱਠੀ ਜਿੱਥੋਂ ਮਿਲਦੀ ਹੈ ਕਰਨੀ ਚਾਹੀਦੀ ਹੈ, ਦੇਸ਼ ਵਿਦੇਸ਼ ਸੂਬਿਆਂ ਤੋਂ ਜਿੱਥੋਂ ਵੀ ਆਪਾਂ ਨੂੰ ਮਿਲਦੀ ਹੈ। ਪਰ ਪੰਜਾਬ ਦਾ ਨਾ ਲੋਕ ਬੜੇ ਸੰਘਰਸ਼ ਵਿੱਚੋਂ ਟੱਪ ਰਹੇ ਨੇ। ਮੈਂ ਵੀ ਇਹ ਮੰਨਦਾ ਅੱਜ ਕੱਲ੍ਹ ਦੀ ਡੇਟ ਵਿੱਚ ਜਿਹੜਾ ਪਲਾਇਨ ਹੋ ਗਿਆ ਸਾਡੇ ਨੌਜਵਾਨਾਂ ਦਾ, ਬਹੁਤ ਇੱਕ ਸੋਸ਼ਲ ਤੌਰ 'ਤੇ ਬਹੁਤ ਵੱਡੀ ਚੁਣੌਤੀ ਹੈ ਸਾਡੇ ਲਈ। ਇਹ ਮਾਨ ਸਾਹਿਬ ਨੇ ਜਿਹੜਾ ਕਿਹਾ ਹੈ ਕਿ ਇੱਕ ਪਾਸੇ ਤਾਂ ਸਾਫ ਸੁਥਰਾ ਵਾਤਾਵਰਨ, ਇੱਕ ਪਾਸੇ ਨੌਜਵਾਨ ਵਰਗ ਔਰ ਸਿਹਤ ਔਰ ਐਜੂਕੇਸ਼ਨ, ਇਹ ਬਹੁਤ ਵੱਡੀਆਂ ਪ੍ਰਾਇੋਰਟੀਜ਼ ਏਰੀਆਜ਼ ਹੈ। ਇੱਥੇ ਜੇ ਤਾਂ ਦੇਖੋ ਕੋਈ ਸਾਡੀ ਗਲਤੀ ਆਉਂਦੀ ਆ ਆਮ ਆਦਮੀ ਦੀ, ਤੁਸੀਂ ਦੱਸੋ, ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ। ਪਰ ਲੇਕਿਨ ਮੈਨੂਫੈਕਚਰਿੰਗ ਨਾ ਕਰੋ, ਫੈਕਟਸ ਦੀ ਮੈਨੂਫੈਕਚਰਿੰਗ ਕਰਕੇ ਤੁਸੀਂ ਸਾਨੂੰ ਲੀਹ ਤੋਂ ਲਾਉਣਾ ਚਾਹੁੰਦੇ ਹੋ। 5 ਸਾਲ ਦੀ ਸਰਕਾਰ ਬਣੀ ਹੈ, 6 ਮਹੀਨੇ ਟਾਈਮ ਹੋਇਆ, 4.5 ਸਾਲ ਟਾਈਮ ਪਿਆ ਹੈ, 92 MLA ਦੀ ਸਰਕਾਰ ਹੈ, ਕਿਤੇ ਨਹੀਂ ਜਾਣੀ। ਨਾ ਐਵੇਂ ਤੁਸੀਂ ਲੂੰਬੜ ਚਾਲਾਂ ਕਰੋ, ਨਾ ਗੱਲਾਂ ਮਾਰੋ। ਬੱਬੀ ਜੀ, ਚਰਚਾਵਾਂ ਬਹੁਤ ਨੇ। ਤੁਸੀਂ ਕਹਿੰਦੇ ਹੋ ਕਿ 92 MLA ਨੇ, ਸਰਕਾਰ ਕਿਤੇ ਨਹੀਂ ਚੱਲੀ। ਚਰਚਾਵਾਂ ਬਹੁਤ ਨੇ, ਕਹਿੰਦੇ ਬੀਜੇਪੀ ਹਾਈਜੈਕ ਕਰ ਲੂਗੀ, ਬੀਜੇਪੀ ਨਾਲ ਰਲ ਕੇ ਖੇਡਦੇ ਆ, ਉੱਥੇ ਬੀਜੇਪੀ ਇਹਨਾਂ ਤੇ ਛਾਪਾ ਮਾਰਦੀ ਹੈ, ਇਹ ਇੱਥੇ ਕਾਂਗਰਸ ਤੇ ਇਹ ਵਿਰੋਧੀਆਂ ਤੇ ਛਾਪਾ ਮਾਰਦੇ ਆ। ਫਰੈਂਡਲੀ ਮੈਚ। ਦੇਖੋ, ਇੱਕ ਗੱਲ ਤਾਂ ਤੁਹਾਨੂੰ ਸਾਫ਼ ਹੋਣਾ ਚਾਹੀਦਾ ਕਿ ਬੀਜੇਪੀ ਸਾਡੇ ਨਾਲੋਂ ਵੱਧ ਕਿਸੇ ਨੂੰ ਨਫ਼ਰਤ ਨਹੀਂ ਕਰਦੀ। ਬੀਜੇਪੀ ਦੇ ਰਡਾਰ 'ਤੇ ਅਰਵਿੰਦ ਕੇਜਰੀਵਾਲ ਨੰਬਰ 1 'ਤੇ ਹੈ, ਆਮ ਆਦਮੀ ਪਾਰਟੀ ਨੰਬਰ 1 'ਤੇ ਹੈ। ਕੋਈ ਕਸਰ ਨਹੀਂ ਛੱਡ ਰਹੇ ਉਹ ਸਾਨੂੰ ਠੋਕਣ ਵਾਲੀ। ਮੈਂ ਇਹ ਮਹਿਸੂਸ ਕਰਦਾ ਬੀ ਟੀਮ ਤਾਂ ਤੁਸੀਂ ਕੋਈ ਬੰਦਾ ਕਿਵੇਂ ਕਹਿ ਸਕਦਾ, ਸਾਨੂੰ ਤਾਂ ਉਹ ਮਾਰਨ ਨੂੰ ਤੁਰੇ ਫਿਰਦੇ ਆ। ਅਜੇ ਤੱਕ ਕਾਂਗਰਸ 'ਤੇ ਉਹਨਾਂ ਉਹ ਗੁੱਸਾ ਨਹੀਂ ਕਰਦੇ ਜਿੰਨਾ ਆਮ ਆਦਮੀ 'ਤੇ ਕਰਦੇ ਆ। ਸਤਿੰਦਰ ਜੈਨ ਜੀ ਹਿਮਾਚਲ ਦੇ ਸਾਡੇ ਪ੍ਰਭਾਰੀ, ਉਹਨਾਂ ਨੂੰ ਚੱਕ ਕੇ ਅੰਦਰ ਕਰਤਾ। ਜਿਹੜੇ ਹੁਣ ਸਾਡਾ ਗੁਜਰਾਤ ਅਸੀਂ ਜਾ ਰਹੇ ਹਾਂ, ਸਾਡੇ ਬੰਦਿਆਂ ਨੂੰ ਕੁੱਟ ਰਹੇ ਨੇ, ਆਗੂਆਂ ਨੂੰ ਹਸਪਤਾਲ ਪਹੁੰਚਾ ਰਹੇ ਨੇ। ਸੋ ਬੀਜੇਪੀ ਤਾਂ ਸਾਨੂੰ, ਫॉर ਬੀਜੇਪੀ ਵੀ ਆਰ ਲਾਈਕ ਅ ਰੈੱਡ ਫਲੈਗ ਟੂ ਅ ਬੁੱਲ। ਜਿਵੇਂ ਉਹ ਲਾਲ ਝੰਡਾ ਦਿਖਾਉਂਦੇ ਆ ਸਪੈਨਿਸ਼ ਅਤੇ ਉਹ ਬੁੱਲ ਚਾਰਜ ਕਰਦਾ ਹੈ, ਉਵੇਂ ਜਿਵੇਂ ਅਮਿਤ ਸ਼ਾਹ ਜੀ ਅਤੇ ਮੋਦੀ ਜੀ ਸਾਨੂੰ ਦੇਖ ਕੇ ਤਾਂ ਬਹੁਤੀ ਤਕਲੀਫ ਮੰਨਦੇ ਨੇ। ਸੋ ਬੀ ਟੀਮ ਹੋਣ ਦਾ ਤਾਂ ਕੋਈ ਮਤਲਬ ਹੀ ਨਹੀਂ ਹੈ। ਇਹ ਗੱਲ ਹੈ ਸਾਡੇ ਲਈ ਕੀ ਚੈਲੰਜ ਹੈ ਕਿ ਸਾਡੇ ਜਿਹੜੇ ਸਰੋਤ, ਕਿਉਂ ਕਰਕੇ ਪਿਛਲੀਆਂ ਸਰਕਾਰਾਂ ਨੇ ਖਜ਼ਾਨੇ ਦੀ ਬਹੁਤ ਦੁਰਦਸ਼ਾ ਕੀਤੀ ਹੈ। ਸਾਡਾ 1000 ਰੁਪਏ ਵਾਲਾ ਵਾਅਦਾ ਸਾਨੂੰ ਰਾਤ ਨੂੰ ਸੌਣ ਨਹੀਂ ਦਿੰਦਾ। ਜਲਦੀ ਅਸੀਂ ਚਾਹੁੰਦੇ ਹਾਂ ਕਿ ਜਲਦੀ ਤੋਂ ਜਲਦੀ ਲਾਗੂ ਕਰੀਏ। ਹੁਣ ਉਹ ਜਿਹੜੀ ਸਾਡੀ ਫਾਈਨੈਂਸ਼ੀਅਲ ਪ੍ਰੋਬਲਮਸ ਆ ਰਹੀਆਂ ਨੇ, ਉਹਦੇ ਲਈ ਸਾਨੂੰ ਸਰੋਤ ਜਟਾਉਣੇ ਪੈ ਰਹੇ ਨੇ। ਔਰ ਇਹੀ ਸਭ ਤੋਂ ਵੱਡਾ ਚੈਲੰਜ ਹੈ ਕਿ ਕਿਉਂ ਕਰਕੇ ਆਪਣੇ ਦੇਸ਼ ਵਿੱਚ ਫੈਡਰਲਿਜ਼ਮ ਨਹੀਂ ਹੈਗਾ। ਸੈਂਟਰ ਤਾਕਤਵਰ ਹੈ, ਸਟੇਟਸ ਉਨੀਆਂ ਤਾਕਤਵਰ ਹੈ ਨਹੀਂ, ਕਮਜ਼ੋਰ ਹੈ। ਸਾਰੀਆਂ ਸਟੇਟਾਂ ਦਾ ਤੁਸੀਂ ਬਿਊਰਾ ਕੱਢੋ, ਸਾਰੀਆਂ ਸਟੇਟਾਂ ਸੈਂਟਰ ਵਿੱਚ ਕਰਜ਼ਦਾਰ ਨੇ। ਕਿਸੇ ਨੇ 3 ਲੱਖ ਕਰੋੜ ਸੈਂਟਰ ਦਾ ਦੇਣਾ ਹੈ, ਕਿਸੇ ਨੇ 5 ਲੱਖ ਕਰੋੜ ਸੈਂਟਰ ਦਾ ਦੇਣਾ ਹੈ। ਯਾਰ ਜਦੋਂ ਦੇਸ਼ ਇੱਕ ਹੈ, ਤੁਸੀਂ ਸਾਡੀ ਕਰਜ਼ਾ ਤੁਸੀਂ ਕੱਢੀ ਬੈਠੇ ਹੋ। ਮਾਫ ਕਰੋ ਸਾਡਾ ਕਰਜ਼ਾ ਕੁਰਜ਼ਾ, ਅਸੀਂ ਲੋਕਾਂ ਦੀ ਡਿਵੈਲਪਮੈਂਟ ਸ਼ੁਰੂ ਕਰੀਏ। ਤੁਸੀਂ ਸਾਡਾ ਵਹੀ ਖਾਤਾ ਕੱਢੀ ਬੈਠੇ ਹੋ, ਪੈਸੇ ਸਾਰੇ ਤੁਸੀਂ ਲੈ ਜਾਂਦੇ ਹੋ। ਮੋਦੀ ਸਾਹਿਬ ਆਏ ਸੀ, ਕੋਈ ਉਮੀਦ ਲੱਗਦੀ ਸੀ, ਪਰ ਪਾਣੀ ਫਿਰ ਗਿਆ। ਜਿਹੜਾ ਨਿਤਿਸ਼ ਕੁਮਾਰ ਨੇ ਕਿਹਾ ਹੈ ਕਿ ਜੇ ਆਪੋਜੀਸ਼ਨ ਯੂਨਾਈਟ ਹੋ ਕੇ ਲੜਦੀ ਹੈ ਤਾਂ 50 ਸੀਟਾਂ ਤੋਂ ਵੱਧ ਨਹੀਂ ਲੈ ਸਕਦੀ ਬੀਜੇਪੀ। ਆਪੋਜੀਸ਼ਨ 'ਚ ਫਿਰ ਅਕਾਲੀ ਦਲ ਵੀ ਆਉਂਦਾ। ਉਹ ਦੇਖੋ, ਉਹਨਾਂ ਨੇ ਤਾਂ ਸਾਰਿਆਂ ਦੀ ਗੱਲ ਕੀਤੀ ਹੈ, ਪਰ ਮੈਨੂੰ ਲੱਗਦਾ ਅਕਾਲੀ ਦਲ ਤਾਂ ਬੀਜੇਪੀ ਦੀ ਝੋਲੀ 'ਚ ਬਹਿ ਗਿਆ ਜਾ ਕੇ। ਮੇਰੇ ਖਿਆਲ ਨਾਲ ਇਹ ਤਾਂ ਹੁਣ ਚਲੋ ਬਿੱਲੀ ਥੈਲੀ ਤੋਂ ਬਾਹਰ। ਬੰਦੀ ਸਿੰਘਾਂ ਦਾ ਮੁੱਦਾ ਉਹ ਸੈਂਟਰ ਤੇ ਜਾ ਕੇ ਮੱਥਾ ਲਾਉਂਦੇ ਨੇ, ਤੁਸੀਂ ਕਿਵੇਂ ਕਹਿ ਦਿੰਦੇ ਹੋ ਮੈਂ ਗੋਦੀ 'ਚ ਬਹਿ ਗਿਆ ਜਾ ਕੇ? ਦੇਖੋ, ਮੈਂ ਤਾਂ ਉੱਥੋਂ ਹਿਸਾਬ ਲਾਉਣਾ ਹੁੰਦਾ ਹੈ ਕਿ ਜਿਹੜਾ ਅੱਜ ਤੱਕ ਕਦੇ ਬਿਆਨ ਮੋਦੀ ਸਾਹਿਬ ਦੇ ਖਿਲਾਫ ਸੁਖਬੀਰ ਬਾਦਲ ਦਾ ਆਇਆ ਨਹੀਂ, ਠੀਕ ਹੈ, ਉਹਨਾਂ ਦਾ ਹੁਣ ਮੈਂ ਤਾਂ ਇੱਥੋਂ ਤੱਕ ਸੁਖਬੀਰ ਬਾਦਲ ਨੂੰ ਵੀ ਪੁੱਛੂੰਗਾ। ਮੇਰੇ ਭਰਾ, ਮੇਰੇ ਤਾਏ ਦੇ ਬੇਟੇ ਨੇ, ਸੁਖਬੀਰ ਜੀ ਜਿਨ੍ਹਾਂ ਪਿੱਛੇ ਸਾਨੂੰ ਛੱਡਿਆ, ਅੱਜ ਕਿੱਥੇ ਹੈ ਤੁਹਾਡੇ? ਜਿਨ੍ਹਾਂ ਨੂੰ ਪੰਜਾਬ ਅਲਕਲੀ ਦਾ ਚੇਅਰਮੈਨ ਲਾਇਆ ਸੀ, ਜਿਨ੍ਹਾਂ ਨੂੰ ਗਵਰਨੈਂਸ ਰਿਫਾਰਮ ਦਾ ਕੈਬਨਿਟ ਰੈਂਕ ਦਿੱਤਾ ਸੀ, ਅੱਜ ਤਾਂ ਤੁਹਾਡਾ ਸਾਲਾ ਵੀ ਇੱਕ ਵਾਰੀ ਨਹੀਂ ਕਹਿੰਦਾ ਵੀ ਸੁਖਬੀਰ ਬਾਦਲ ਨੂੰ ਪ੍ਰਧਾਨ ਰਹਿਣਾ ਚਾਹੀਦਾ। ਮੈਂ ਤਾਂ ਉਹਦਾ ਬਿਆਨ ਕਿਤੇ ਪੜ੍ਹਿਆ ਨਹੀਂ ਵੀ ਜੇਲ੍ਹ 'ਚੋਂ ਆਈ ਨੂੰ ਕਿੰਨਾ ਟਾਈਮ ਹੋ ਗਿਆ, ਅਜੇ ਤੱਕ ਤਾਂ ਉਹਨੇ ਕਿਹਾ ਨਹੀਂ। ਬਗਾਵਤ ਸਿਰਫ ਕੱਲੀ ਮਨਪ੍ਰੀਤ ਆਲੀ ਦੀ ਨਹੀਂ ਹੈ ਫਿਰ ਇਹਦਾ ਮਤਲਬ? ਬਗਾਵਤ ਤਾਂ ਬਹੁਤ ਅੰਦਰ ਬਹੁਤ ਕੁਝ ਰਲਿਆ ਹੋਇਆ ਹੈ। ਇਹ ਤਾਂ ਗੱਲ ਕਰੋ ਕਿ ਅਜੇ ਪੱਤੇ ਹੌਲੀ ਹੌਲੀ ਖੁੱਲ੍ਹਣਗੇ। ਮੈਂ ਤਾਂ ਸੁਖਬੀਰ ਬਾਦਲ ਜੀ ਨੇ, ਮੈਂ ਮਹਿਸੂਸ ਕਰਦਾ ਕਿ ਇਹਨਾਂ ਨੇ ਸਾਰਾ ਅਕਾਲੀ ਦਲ ਕੁਛ ਬੰਦਿਆਂ ਦੇ, ਆਪਣੇ ਰਿਸ਼ਤੇਦਾਰਾਂ ਦੇ, ਜਿਹੜੇ ਮਜੀਠੀਆ ਪਰਿਵਾਰ ਦੇ ਕਰਕੇ ਦਾਅ 'ਤੇ ਲਾਤਾ।
ਲੇਕਿਨ ਉਹ ਵੀ ਉਹਨਾਂ ਨਾਲ ਵਫਾ ਨਹੀਂ ਕਰਨਗੇ, ਮੈਨੂੰ ਅੱਜ ਇਹ ਦਿਸਦਾ ਹੈ। ਅਭੀ ਜੀ ਕੀ ਲੱਗਦਾ ਹੈ? ਤੁਸੀਂ ਕਿਹਾ ਹੈ ਵੀ ਕੋਈ ਬਿਆਨ ਨਹੀਂ ਦਿੰਦੇ ਸੈਂਟਰ ਦੇ ਖਿਲਾਫ, ਪਰ ਜਦੋਂ ਅਸੀਂ ਗੱਲ ਕਰਦੇ ਹਾਂ ਸੁਖਬੀਰ ਸਿੰਘ ਬਾਦਲ ਦੇ ਫੈਸਲਿਆਂ ਦੀ, ਤਾਂ ਇਹ ਫੈਸਲੇ ਉਹਨਾਂ ਦੇ ਆਪ ਤੇ ਲੱਗਦੇ ਨੇ। ਦੇਖੋ, ਵੋਟਾਂ ਸੀ ਰਾਸ਼ਟਰਪਤੀ ਉਪ ਰਾਸ਼ਟਰਪਤੀ ਦੀਆਂ, ਉਹ ਬਿਨਾਂ ਬੁਲਾਈ ਜਾ ਕੇ ਪਾ ਗਏ। ਸਰਸਾ ਮਨਜਿੰਦਰ ਸਰਸਾ ਕਹਿੰਦਾ ਅਸੀਂ ਤਾਂ ਕਿਹਾ ਹੀ ਨਹੀਂ ਇਹਨਾਂ ਨੂੰ, ਸਾਨੂੰ ਵੋਟ ਪਾਓ। ਇਹ ਆਲੀ ਸਾਹਿਬ ਤਾਂ ਹੀ ਗੁੱਸੇ ਹੋਏ ਨੇ। ਫਿਰ ਦੇਖੋ, ਇਆਲੀ ਸਾਹਿਬ ਇੱਕ ਚੰਗਾ ਇਨਸਾਨ ਹੈ, ਇਆਲੀ ਇੱਕ ਨੌਜਵਾਨ ਇਨਸਾਨ ਹੈ, ਚੰਗਾ, ਕਿੰਨੀ ਲੜਾਈ 'ਚ ਵੀ ਆਪਦੀ ਸੀਟ ਕੱਢ ਗਿਆ। ਹੁਣ ਕੋਈ ਤਾਂ ਉਹ, ਮੈਂ ਤਾਂ ਇਸ ਗੱਲੋਂ ਹੈਰਾਨ ਹਾਂ ਵੀ ਜਦੋਂ ਉਹਨਾਂ ਨੇ ਇਹ ਵੀ ਕਹਿਤਾ ਕਿ ਸਾਨੂੰ ਕੋਈ ਅਹੁਦਾਦਾਰੀ ਪ੍ਰਧਾਨਗੀ ਕੁਝ ਨਹੀਂ ਚਾਹੀਦਾ, ਸਾਨੂੰ ਤਾਂ ਪਾਰਟੀ ਦੇ ਹੱਕ ਵਾਲੀ ਸਾਡੀ ਸਲਾਹ ਤਾਂ ਸੁਣ ਲਓ, ਲੇਕਿਨ ਉਹ ਵੀ ਮਨਜ਼ੂਰ ਨਹੀਂ। ਸੋ ਮੈਂ ਇੱਥੋਂ ਮੈਨੂੰ ਲੱਗਦਾ ਹੈ ਕਿ ਜਿਹੜਾ ਇਹਨਾਂ ਦਾ ਸਾਰਾ ਜਿਹੜਾ ਸਿਸਟਮ ਹੈ ਅਜੇ ਸੁਧਰਿਆ ਨਹੀਂ। ਸੁਰਖਾਬ ਜੀ, ਉਹੀ ਹਾਥੀ ਦੇ ਦੰਦ, ਖਾਣ ਦੇ ਹੋਰ, ਦਿਖਾਉਣ ਦੇ ਹੋਰ। ਜਿਹੜੇ ਅੱਜ ਖੜੇ ਨੇ ਪ੍ਰਧਾਨ ਦੇ ਨਾਲ, ਕੀ ਉਹ ਵਫਾ ਕਰਨਗੇ? ਉਹ ਆਪਣੇ ਆਪ ਨੂੰ ਵਫਾ ਕਰ ਰਹੇ ਨੇ। ਉਹਨਾਂ ਨੂੰ ਇਹ ਹੈ ਕਿ ਜਿਹੜੇ ਨਜ਼ਾਰੇ ਲਏ ਹੈ, ਕਾਸ਼ ਕਿਤੇ ਦੁਬਾਰਾ, ਕਾਸ਼ ਕਿਤੇ ਉਹ ਬੀਤੇ ਵੇਲੇ ਮੁੜ ਆਉਣ। ਅਸੀਂ ਫਿਰ ਉਹਨਾਂ ਨੂੰ ਇਹ ਹੈ ਕਿ ਕਦੇ ਨਾ ਕਦੇ ਜੇ ਮੌਕਾ ਚਾਂਸ ਲੱਗਦਾ, ਕਿਉਂ ਕਰਕੇ ਉਹਨਾਂ ਨੂੰ ਪਤਾ ਹੈ ਕਿ ਹੋਰ ਪਾਸੇ ਤਾਂ ਅਜੇ ਨੋ ਵੈਕੈਂਸੀ ਦੇ ਬੋਰਡ ਲੱਗੇ ਆ। ਠੀਕ ਹੈ, ਸਾਡਾ ਤਾਂ ਜੇ ਦਾਜ ਚੱਲਣਾ ਹੈ ਤਾਂ ਇਹਨਾਂ ਨਾਲ ਹੀ ਚੱਲਣਾ ਹੈ। ਪਰ ਮੈਂ ਤਾਂ ਇਹ ਕਹਿੰਦਾ ਹੈ ਵੀ ਕੋਈ ਇਕੱਠ ਕਰਕੇ ਵਿਖਾਓ, ਕੋਈ ਵੱਡੀ ਰੈਲੀ ਕਰਕੇ ਵਿਖਾਓ, ਪਤਾ ਲੱਗੇ ਜਾ ਕੇ ਕਿ ਅਕਾਲੀ ਦਲ ਕਿੱਥੇ ਖੜਾ ਹੈ। ਸਾਹਿਬ ਬਾਹਰ ਆਏ ਆ, ਇਕੱਠ ਤਾਂ ਕਰ ਲਿਆ ਸੀ ਉਹਨਾਂ ਨੇ। ਮੈਂ ਦੇਖ ਲਿਆ ਸੀ ਕਿੰਨਾ ਇਕੱਠ ਕੀਤਾ ਹੈ, ਔਰ ਉਸ ਤੋਂ ਬਾਅਦ ਵੀ ਮਾਝੇ ਦਾ ਜਰਨੈਲ ਜਦੋਂ ਮਾਝੇ 'ਚ ਗਿਆ ਸੀ ਤਾਂ ਉਹਦੀ ਜਰਨੈਲੀ ਵੀ ਮੈਂ ਵੇਖ ਲਈ ਸੀ। ਉਹ ਹੋਰ ਹੁੰਦੀ ਹੈ ਗੱਲ, ਜਿਹੜੀ ਲੋਕਾਂ ਦੇ ਦਿਲਾਂ 'ਤੇ ਰਾਜ ਕਰਨ ਵਾਲੀ ਗੱਲ ਹੈ ਨਾ, ਉਹ ਹੋਰ ਹੈ। ਪਰ ਮੈਂ ਚਲੋ ਵਿਅਕਤੀ ਵਿਸ਼ੇਸ਼, ਦੇਖੋ ਮੈਂ ਇੱਕ ਗੱਲ ਮੰਨਦਾ, ਚਾਹੇ ਮਜੀਠੀਆ ਜੀ ਨੇ, ਚਾਹੇ ਸੁਖਬੀਰ ਜੀ ਨੇ, ਬੜੇ ਚੰਗੇ ਸਮੇਂ ਅਸੀਂ ਉਹਨਾਂ ਨਾਲ ਰਹੇ ਹਾਂ। ਆਪਾਂ ਉਹਨਾਂ ਨੂੰ ਨਿੰਦਣ ਵਾਸਤੇ ਨਹੀਂ ਇੱਥੇ ਬੈਠੇ। ਠੀਕ ਹੈ, ਕੁਛ ਨਿੱਗਰ ਗੱਲਾਂ ਕਰਨੀਆਂ ਪੈਂਦੀਆਂ ਜਿਹੜੀਆਂ ਕਿ ਭਵਿੱਖ ਜਾਣਨਾ ਚਾਹੁੰਦੇ ਆ ਤਾਂ ਸਿਆਸਤ, ਤੁਸੀਂ ਕਿਉਂਕਿ ਉੱਥੋਂ ਆਏ ਹੋ, ਪਰ ਮੇਰੇ ਜਿਸ ਤਰੀਕੇ ਦੇ ਨਾਲ ਹੁਣ ਢਾਂਚੇ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ, ਤੁਹਾਨੂੰ ਲੱਗਦਾ ਹੈ ਵੀ ਤੁਸੀਂ ਕਹਿ ਰਹੇ ਹੋ ਵੀ ਉਹ ਮੁੱਦੇ ਛੂਏ ਜਾ ਰਹੇ ਨੇ, ਉਹਨਾਂ ਨੂੰ ਉਜਾਗਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਲੋਕਾਂ ਦੇ ਲਈ ਭਾਵਕ ਨੇ, ਪੰਥ ਨਾਲ ਜੁੜੇ ਨੇ, ਸਿੱਖਾਂ ਦੀ ਭਾਵਨਾ ਜੁੜੇ ਨੇ, ਅਕਾਲੀ ਦਲ ਵਾਪਸੀ ਕਰ ਜਾਏਗਾ? ਬਾਦਲ ਪਰਿਵਾਰ ਅਕਾਲੀ ਦਲ 'ਚ ਵਾਪਸੀ ਕਰ ਜਾਏਗਾ ਦੁਬਾਰਾ? ਮੈਨੂੰ ਬਹੁਤ ਔਖਾ ਲੱਗਦਾ ਹੈ। ਉਹਦੇ ਦੋ ਕਾਰਨ ਹੈ। ਪਹਿਲਾ ਨੰਬਰ ਤਾਂ ਕਾਸਮੈਟਿਕ ਚੇਂਜਸ ਕਹਿੰਦੇ ਆ, ਜਿਹਨੂੰ ਕਹਿੰਦੇ ਆ ਨਾ ਕਿ ਆਪਾਂ ਉੱਪਰੋਂ ਚੇਂਜ ਕੀਤੀ, ਪਰ ਆਪਾਂ DNA ਨਹੀਂ ਚੇਂਜ ਕਰ ਰਹੇ। ਆਪਾਂ ਅੰਦਰੋਂ ਜਿਹੜਾ ਸਟਰੋਂਗ ਜਿਹੜਾ ਸੋਚ ਨਹੀਂ ਬਦਲ ਰਹੇ। ਸੋਚ ਅਜੇ ਵੀ ਆਪਣੀ ਉੱਥੇ ਅਟਕੀ ਹੋਈ ਹੈ। ਇਹ ਸੋਚ ਕਿੱਦਾਂ? ਹੁਣ ਤੁਸੀਂ ਇੱਕ ਗੱਲ ਕਹਿਤੀ ਕਿ ਅਸੀਂ ਤਾਂ ਜੀ ਅੰਮ੍ਰਿਤਧਾਰੀ ਬੰਦਿਆਂ ਨੂੰ ਟਿਕਟਾਂ ਦੇਵਾਂਗੇ। ਸੁਖਬੀਰ ਬਾਦਲ ਜੀ ਮੈਨੂੰ ਦੱਸਣ, ਜਿੰਨੇ ਬਿਜ਼ਨਸਮੈਨ ਅਕਾਲੀ ਦਲ ਵਿੱਚ ਭਰਤੀ ਕੀਤੇ, ਕਿਹਨੇ ਕੀਤੇ? ਦੀਪ ਮਲਹੋਤਰੇ ਨੂੰ ਕੌਣ ਲੈ ਕੇ ਆਇਆ? ਨਰਿੰਦਰ ਸ਼ਰਮੇ ਨੂੰ ਕੌਣ ਲੈ ਕੇ ਆਇਆ? ਗਿੱਲ ਸਾਹਿਬ ਨੂੰ ਕੌਣ ਲੈ ਕੇ ਆਇਆ? ਇਹ ਸਾਰੇ ਬਿਜ਼ਨਸਮੈਨ ਨੂੰ ਪਾਰਟੀ ਦੇ ਕਾਡਰ ਨੂੰ ਇਗਨੋਰ ਕਰਕੇ ਕਿਹਨੇ ਭਰਤੀ ਕੀਤਾ? ਤੁਹਾਡੇ ਦਿਮਾਗ 'ਚ ਤਾਂ ਫਿਰ ਉਹੀ ਗੱਲ ਬੈਠੀ ਹੈ ਨਾ ਕਿ ਇਹ ਗੇਮ ਪੈਸੇ ਨਾਲ ਖੇਡੀ ਜਾਣੀ ਹੈ। ਜਿੰਨਾ ਚਿਰ ਤੁਸੀਂ ਇਹ ਸੋਚ ਨਹੀਂ ਬਦਲਦੇ, ਤੁਸੀਂ ਪਾਰਟੀ ਬਾਰੇ ਕਿੱਦਾਂ ਤੁਸੀਂ ਸੋਚਦੇ ਹੋ ਵੀ ਅਕਾਲੀ ਦਲ ਖੜਾ ਹੋ ਜਾਊਗਾ? ਇਸੇ ਕਰਕੇ ਮੈਂ, ਇਹ ਬੇਸ ਹੈ ਮੇਰਾ ਕਿ ਜਿਹੜਾ ਗੁਰੂ ਪੰਥ ਹੈ ਉਹ ਕਦੇ ਡਾਊਨ ਨਹੀਂ ਹੋ ਸਕਦਾ। ਮਾਨ ਸਾਹਿਬ ਨੇ ਕਿਹਾ ਕਿ ਜੀ ਗੁਰਬਾਣੀ ਅਸੀਂ ਫ੍ਰੀ ਆਫ ਕਾਸਟ ਕਰਦੇ ਹਾਂ। ਬਿਲਕੁਲ। ਕੋਈ ਉਹਨਾਂ ਨੇ ਪੰਥਕ ਤੌਰ 'ਤੇ ਜਥੇਦਾਰ ਜੀ ਨਾਲ ਮੀਟਿੰਗ ਕੀਤੀ। ਦੇਖੋ, ਮਾਨ ਇੱਕ ਮੱਧ ਵਰਗੀ ਪਰਿਵਾਰ ਦਾ ਬੱਚਾ ਹੈ, ਪੰਜਾਬ ਦਾ ਉਹ ਸਿੱਖ ਪਰਿਵਾਰ ਦਾ ਬੱਚਾ ਹੈ। ਜੋ ਭਾਵਨਾ ਮਾਨ ਸਾਹਿਬ ਦੇ ਵਿੱਚ ਹੈ, ਭਗਵੰਤ ਮਾਨ ਦੇ ਵਿੱਚ, ਉਹਦੇ ਵਿੱਚ ਕੋਈ ਮੈਂ ਨਹੀਂ ਮਹਿਸੂਸ ਕਰਦਾ ਕਿ ਕੋਈ ਬਨੌਟੀਪਨ ਹੈ ਪੰਥ ਵੱਲੋਂ ਕਦੇ ਵੀ। ਹੁਣ ਦੇਖੋ, ਜਾਂਦੇ ਆ ਮੱਥਾ ਟੇਕਣ, ਤੁਸੀਂ ਕਹਿੰਦੇ ਹੋ ਪੰਥ ਪ੍ਰਸਤ ਨੇ, ਤੁਸੀਂ ਇਹ ਗੱਲ ਕਹਿੰਦੇ ਹੋ। ਮੈਂ ਇਹ ਮੰਨਦਾ ਹਾਂ ਕਿ ਠੀਕ ਹੈ, ਮਾਨ ਅੰਦਰੋਂ ਪੰਥ ਬੇਅਦਬੀ ਦਾ, ਫਿਰ ਬੇਅਦਬੀ ਕਦੋਂ ਹੱਲ ਹੋਊ, ਕਦੋਂ ਇਨਸਾਫ ਮਿਲੂ? ਅਕਾਲੀ ਦਲ ਨੇ ਦਿੱਤਾ, ਕਾਂਗਰਸ ਨੇ ਨਹੀਂ ਦਿੱਤਾ, ਸੰਮਣ ਕਰਤੇ ਬੇਸ਼ੱਕ ਦੀ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ, 2 ਸੀਟਾਂ ਵੱਲੋਂ ਸੰਮਣ ਹੋ ਗਏ ਨੇ, ਪਰ ਇਨਸਾਫ ਕੀ ਹੈ? ਦੇਖੋ, ਬੇਅਦਬੀ ਦਾ ਇਨਸਾਫ ਜੇ ਮਿਲ ਸਕਦਾ ਹੈ ਤਾਂ ਸਿਰਫ ਇਸ ਭਗਵੰਤ ਮਾਨ ਆਮ ਆਦਮੀ ਪਾਰਟੀ ਸਰਕਾਰ 'ਚ ਹੀ ਮਿਲ ਸਕਦਾ ਹੈ। ਜਿਹੜੀ ਐਸਆਈਟੀ ਦੀ ਰਿਪੋਰਟ ਹੈ ਬੱਬੀ ਜੀ, ਉਹਦੇ ਵਿੱਚ ਤਾਂ ਸੁਖਬੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਤਤਕਾਲੀ ਮੁੱਖ ਮੰਤਰੀ ਦਾ ਨਾਮ ਹੀ ਹੈ ਨਹੀਂ। ਉਹ ਤਾਂ ਮੈਂ ਤੁਹਾਨੂੰ ਦੱਸਦਾ, ਬੇਅਦਬੀ ਕੇਸ ਦੇ 2 ਪਹਿਲੂ ਹੈ। ਇੱਕ ਪਹਿਲੂ ਹੈ ਜਿਹੜਾ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ
ਅੰਗਾਂ ਨੂੰ ਉਹਨਾਂ ਨੇ ਡੈਮੇਜ ਕੀਤਾ। ਦੂਸਰਾ ਪਹਿਲੂ ਹੈ ਜਿਹੜਾ 2 ਸਿੰਘਾਂ ਨੂੰ ਸ਼ਹੀਦ ਕੀਤਾ, ਅਨਪਰੋਵੋਕਡ ਫਾਇਰਿੰਗ ਉਹਨਾਂ ਨੇ ਕੀਤੀ, ਉਹਨਾਂ ਨੂੰ ਡੈਮੇਜ ਕੀਤਾ। ਹੁਣ ਇਹਨਾਂ ਦੇ ਵਿੱਚ ਇਹ ਤਾਂ ਕਦੇ ਆਪਾਂ ਇਹ ਤਾਂ ਗੱਲ ਕਹੀ ਨਹੀਂ ਕਿ ਉਹਨਾਂ ਨੇ ਆਪ ਸੁਖਬੀਰ ਬਾਦਲ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਫਾੜੇ। ਆਪਾਂ ਤਾਂ ਇਹ ਕਿਹਾ ਸੀ ਕਿ ਸਾਨੂੰ ਪਤਾ ਸੀ ਕਿ ਇਹਨਾਂ ਨੂੰ ਪਤਾ ਕਿਹਨੇ ਫਾੜੇ, ਪਰ ਇਹਨਾਂ ਨੇ ਐਕਸ਼ਨ ਨਹੀਂ ਲਿਆ। ਇਹ ਸਟੇਜਾਂ ਤੋਂ ਕੀਤੀਆਂ ਗੱਲਾਂ ਨੇ, ਹਾਂ, ਸਟੇਜਾਂ ਤੋਂ ਕੀਤੀਆਂ ਹੋਈਆਂ ਗੱਲਾਂ ਨੇ ਕਿ ਪੈੜਾਂ ਉਧਰ ਨੂੰ ਜਾਂਦੀਆਂ ਨੇ, ਸਾਨੂੰ ਪਤਾ ਹੈ ਕਿਹਨੇ ਕੀਤਾ ਹੈ। ਮੈਂ ਤੁਹਾਨੂੰ ਇੱਕ ਸਿਰਫ ਬਿਆਨਬਾਜ਼ੀਆਂ ਤੱਕ ਸੀਮਤ ਮੈਂ ਰਹਿ ਤੁਹਾਨੂੰ ਕੇ ਇੱਕ ਦੱਸਦਾ, ਆਉਣ ਵਾਲੇ ਦਿਨਾਂ 'ਚ ਦੇਖੋ ਜਿਹੜਾ ਲੀਗਲ ਪ੍ਰੋਸੈਸ ਕਹਿ ਲਓ ਜਾਂ ਮੈਜੈਸਟੀ ਆਫ ਲਾਅ ਕਹਿ ਲਓ, ਜਦੋਂ ਇਹ ਸ਼ੁਰੂ ਹੋ ਜਾਂਦਾ ਹੈ, ਇਹ ਚਾਹੇ ਜਿਹੜੀ ਚੱਕੀ ਹੈ ਨਾ, ਇਹ ਹੌਲੀ ਹੌਲੀ ਪੀਸਦੀ ਹੈ, ਪਰ ਪੀਸਦੀ ਬੜਾ ਬਰੀਕ ਹੈ। ਇਹ ਮੈਂ ਤੁਹਾਨੂੰ ਦੱਸਤਾ, ਇਹ ਕਿਉਂ ਕਰਕੇ ਅਲਟੀਰੀਅਰ ਮੋਟਿਵ ਕੋਈ ਹੈ ਨਹੀਂ, ਕੋਈ ਇਹੋ ਜਿਹੀ ਗੱਲ ਨਹੀਂ ਕਿ ਸਾਡਾ ਕੋਈ ਲਾਲਚ ਹੈ ਜਾਂ ਸਾਡਾ ਕੋਈ ਰਾਜਨੀਤਿਕ ਫਾਇਦਾ ਹੈ ਜਾਂ ਕੋਈ ਅਸੀਂ ਇਸ ਗੱਲ 'ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਦਿਆਂਗੇ। ਬਸ ਇਹ ਹੈ, ਥੋੜ੍ਹਾ ਟਾਈਮ ਲੱਗ ਜੂਗਾ। ਮੈਂ ਹੁਣ ਇਹ ਤਾਂ ਮੈਂ ਸਰਕਾਰ ਦਾ ਹਿੱਸਾ ਨਹੀਂ, ਪਰ ਮੈਂ ਤੁਹਾਨੂੰ ਇਹ ਦੱਸ ਦਿੰਦਾ ਕਿ ਆ ਜਿਹੜੀ ਇਸ ਤਰੀਕ ਹੈ, ਇਹਦੇ 'ਤੇ ਸੁਖਬੀਰ ਬਾਦਲ ਪੇਸ਼ ਹੋਣਗੇ ਸਿੱਟ ਦੇਖੋ। ਹਾਂ, ਮੇਰਾ ਖਿਆਲ ਹੈ, ਔਰ ਉਹ ਪੇਸ਼ ਹੋ ਕੇ ਉਸ ਤੋਂ ਇਨਵੈਸਟੀਗੇਸ਼ਨ ਅੱਗੇ ਤੁਰੂਗੀ ਔਰ ਜਲਦੀ ਲੋਕਾਂ ਦੇ ਸਾਹਮਣੇ ਆ ਜੂਗੀ ਸਾਰੀ ਗੱਲ। ਬਹੁਤ ਬਹੁਤ ਧੰਨਵਾਦ। ਥੈਂਕ ਯੂ। ਸੋ ਇਹ ਸਨ ਸੀਨੀਅਰ ਆਗੂ ਪੱਬੀ ਬਾਦਲ। ਪਰ ਹੁਣ ਦੇਖਣਾ ਇਹ ਹੈ ਕਿ ਅੱਜ ਜੋ ਗੱਲਾਂ ਹੋਈਆਂ ਨੇ, ਅੱਜ ਜਿਸ ਤਰੀਕੇ ਦੇ ਅਸੀਂ ਕਹਿ ਦਈਏ ਕਿ ਕਿਤੇ ਨਾ ਕਿਤੇ ਜੋ ਕਿਆਸਰਾਈਆਂ ਲਾਈਆਂ ਜਾ ਰਹੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਭਵਿੱਖ ਕੀ ਹੋਵੇਗਾ, ਉਹਦਾ ਬਦਲ ਕੀ ਹੋਵੇਗਾ, ਤੇ ਖਾਸ ਤੌਰ ਤੇ ਜਦੋਂ ਬੇਅਦਬੀ ਮਾਮਲੇ ਦੀ ਗੱਲ ਕਰਦੇ ਹਾਂ ਤਾਂ ਆਮ ਆਦਮੀ ਪਾਰਟੀ ਜਾਂ ਖਾਸ ਤੌਰ ਤੇ ਜੋ ਭਗਵੰਤ ਮਾਨ ਇਹ ਕਹਿੰਦੇ ਨੇ ਕਿ ਮੁੱਦੇ ਮੈਨੂੰ ਸੌਣ ਨਹੀਂ ਦਿੰਦੇ, ਇਹ ਮਸਲੇ ਕਰਨੇ ਹੱਲ ਜ਼ਰੂਰੀ ਹੈ, ਇਨਸਾਫ ਜ਼ਰੂਰ ਦਿਵਾਉਣਾ ਹੈ, ਤਾਂ ਇਨਸਾਫ ਕਦੋਂ ਮਿਲੇਗਾ?